ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਇ ਭਾਵੈ। ਰਾਜਨ ਕੌਣ ਤੁਮਾਰੇ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੋਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਜਨ ਕੌਣ ਤੁਮਾਰੇ ਆਵੈ। ਹੇ ਰਾਜਾ ਦੁਰਯੋਧਨ, ਤੇਰੇ ਦਰਬਾਰ ਦੇ ਵਿੱਚ, ਤੇਰੇ ਘਰ ਦੇ ਵਿੱਚ ਕਿਹੜਾ ਆਉਣਾ ਕਰੇ। ਇਹ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦਾ ਮਾਰੂ ਰਾਗ ਦੀ ਭਗਤ ਬਾਣੀ ਵਿੱਚ ਪਾਵਨ ਸ਼ਬਦ ਹੰਕਾਰ ਦੀ ਨਿਵਰਤੀ ਵਾਸਤੇ ਹੈ, ਜੋ ਬਿਦਰ ਭਗਤ ਜੀ ਦੇ ਦ੍ਰਿਸ਼ਟਾਂਤ ਦੁਆਰਾ ਤੇ ਦੁਰਯੋਧਨ ਦੇ ਹੰਕਾਰ ਦੁਆਰਾ ਇਹ ਜਣਾਉਂਦੇ ਹੋਏ ਕਿ ਹਰੀ ਪ੍ਰੇਮ ਨਾਲ ਪ੍ਰਾਪਤ ਹੁੰਦਾ। ਇੱਕ ਦ੍ਰਿਸ਼ਟਾਂਤ ਮਾਤਰ ਸਮਝਣਾ ਉਪਦੇਸ਼ ਕਥਨ ਕਰਦੇ ਹਨ। ਜਿਸ ਸਮੇਂ ਪਾਂਡਵ ਬਨਵਾਸ ਤੋਂ ਵਾਪਸ ਆਏ ਸਨ, ਤਦੋਂ ਕ੍ਰਿਸ਼ਨ ਜੀ ਨਾਲ ਸਲਾਹ ਹੋਈ ਕਿ ਕੌਰਵ ਸਾਨੂੰ 5 ਪਾਂਡਵਾਂ ਨੂੰ ਇੱਕ ਇੱਕ ਪਿੰਡ ਹੀ ਦੇ ਦੇਣ ਤੇ ਅਸੀਂ ਉਸ ਵਿੱਚ ਹੀ ਗੁਜ਼ਾਰਾ ਕਰੀ ਜਾਵਾਂਗੇ। ਇਹ ਸਲਾਹ ਕਰਕੇ ਭਗਵਾਨ ਕ੍ਰਿਸ਼ਨ ਜੀ ਦੁਰਯੋਧਨ ਦੇ ਪਾਸ ਜਾਣ ਲਈ ਤਿਆਰ ਹੋਏ। ਉਧਰ ਕਿਸੇ ਨੇ ਦੁਰਯੋਧਨ ਨੂੰ ਦੱਸ ਦਿੱਤਾ ਕਿ ਕ੍ਰਿਸ਼ਨ ਭਗਵਾਨ ਜੀ ਮਿਲਣ ਵਾਸਤੇ ਆ ਰਹੇ ਨੇ। ਉਸ ਵੇਲੇ ਦੁਰਯੋਧਨ ਨੇ ਆਪਣੇ ਮਨ ਵਿੱਚ ਸੋਚਿਆ ਕਿ ਜੇਕਰ ਕ੍ਰਿਸ਼ਨ ਜੀ ਦੇ ਆਉਣ ਕਰਕੇ ਮੈਂ ਸਿੰਘਾਸਣ ਤੋਂ ਉੱਠ ਕੇ ਅੱਗੇ ਹੋ ਕੇ ਮਿਲਿਆ ਤਾਂ ਮੇਰੇ ਵਜ਼ੀਰ, ਮੇਰੇ ਮੰਤਰੀ ਆਦਿ ਕਹਿਣਗੇ ਕਿ ਗਵਾਲੀਆਂ ਦੇ ਲੜਕੇ ਲਈ ਉੱਠ ਕੇ ਖੜਾ ਹੋ ਗਿਆ ਹੈ, ਅਤੇ ਜੇ ਖੜਾ ਹੋ ਕੇ ਨਾ ਮਿਲਿਆ ਤਾਂ ਕ੍ਰਿਸ਼ਨ ਜੀ ਆਪਣੀ ਨਰਾਦਰੀ ਸਮਝਣਗੇ। ਇਸ ਲਈ ਕ੍ਰਿਸ਼ਨ ਜੀ ਦੇ ਆਉਣ ਤੋਂ ਪਹਿਲਾਂ ਹੀ ਉੱਠ ਕੇ ਤਬੇਲੇ ਦੇ ਵਿੱਚ ਚਲਿਆ ਗਿਆ ਕਿ ਉੱਥੇ ਖੜੇ ਖੜੋਤੇ ਹੀ ਮਿਲ ਲਵਾਂਗੇ। ਉਧਰ ਕ੍ਰਿਸ਼ਨ ਜੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ। ਤਦੋਂ ਦੁਰਯੋਧਨ ਨੂੰ ਹੰਕਾਰੀ ਜਾਣ ਕੇ ਕ੍ਰਿਸ਼ਨ ਜੀ ਬਿਦਰ ਦੀ ਝੁੱਗੀ ਵਿੱਚ ਜਾ ਕੇ ਰਹੇ। ਜਦੋਂ ਦਰਵਾਜ਼ਾ ਖੜਕਾਇਆ, ਤਦੋਂ ਬਿਦਰ ਜੀ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ। ਕਹਿੰਦੇ ਕਿ ਉਸ ਵਕਤ ਇਹ ਇਸ਼ਨਾਨ ਕਰ ਰਹੀ ਸੀ। ਇਹਨੂੰ ਚੇਤਾ ਹੀ ਭੁੱਲ ਗਿਆ ਕਿ ਮੇਰੇ ਬਸਤਰ ਨਹੀਂ ਹਨ। ਸੁਣਿਆ ਕਿ ਉਂਝ ਹੀ ਦਰਵਾਜ਼ਾ ਖੋਲ੍ਹ ਦਿੱਤਾ ਸੀ। ਕ੍ਰਿਸ਼ਨ ਜੀ ਦੇ ਪਿਆਰ ਵਿੱਚ ਦਰਸ਼ਨ ਕਰਕੇ ਅਸਤ ਵਿਅਸਤ ਹੋ ਗਈ।
ਇੰਨਾ ਪ੍ਰੇਮ ਸੀ ਇਹਨਾਂ ਦਾ, ਬਹੁਤ ਸਤਿਕਾਰ ਕੀਤਾ ਅਤੇ ਖਾਣ ਲਈ ਕੇਲੇ ਅੱਗੇ ਰੱਖੇ। ਕੇਲੇ ਪ੍ਰੇਮ ਦੇ ਵਿੱਚ ਮਸਤ ਹੋਈ ਨੇ, ਕੇਲੇ ਦੀਆਂ ਛਿੱਲਾਂ ਕ੍ਰਿਸ਼ਨ ਜੀ ਨੂੰ ਖਾਣ ਲਈ ਦਿੱਤੀਆਂ। ਛਿੱਲਾਂ ਦੇਈ ਜਾਵੇ ਤੇ ਗੁੱਦਾ ਰੱਖੀ ਜਾਵੇ, ਬਾਹਰ ਸੁੱਟੀ ਜਾਏ। ਕ੍ਰਿਸ਼ਨ ਜੀ ਉਹਨਾਂ ਛਿੱਲਾਂ ਨੂੰ ਹੀ ਕਬੂਲ ਕਰ ਗਏ। ਇਤਨੇ ਚਿਰ ਨੂੰ ਬਿਦਰ ਜੀ ਵੀ ਆ ਗਏ। ਉਹਨਾਂ ਨੇ ਕਿਹਾ ਕਿ ਕਮਲੀਏ, ਤੂੰ ਭਗਵਾਨ ਜੀ ਨੂੰ ਛਿਲਕੇ ਖਵਾਈ ਜਾ ਰਹੀ ਹੈ। ਸ਼ਾਮ ਸਮੇਂ ਬਿਦਰ ਜੀ ਨੇ ਕਿਹਾ ਕਿ ਭਗਤਣੀਏ, ਰਸੋਈ ਤੂੰ ਨਹੀਂ ਤਿਆਰ ਕਰਨੀ, ਪਹਿਲਾਂ ਭਗਵਾਨ ਜੀ ਨੂੰ ਛਿੱਲਾਂ ਖਵਾ ਦਿੱਤੀਆਂ ਨੇ, ਹੁਣ ਪਤਾ ਨਹੀਂ ਕੀ ਬਣਾ ਦੇਵੇਂਗੀ, ਇਸ ਲਈ ਰਸੋਈ ਮੈਂ ਤਿਆਰ ਕਰਾਂਗਾ। ਤਦੋਂ ਬਿਦਰ ਜੀ ਨੇ ਬਹੁਤ ਪ੍ਰੇਮ ਨਾਲ ਸਾਗ ਬਣਾਇਆ। ਪੁਰਾਣੇ ਸਮੇਂ ਅਸੀਂ ਪੈਲੀਆਂ ਵਿੱਚੋਂ ਸਾਗ ਖੁਦ ਆਪ ਤੋੜ ਕੇ ਲਿਆਉਂਦੇ ਹੁੰਦੇ, ਅਤੇ ਐਡੀਆਂ ਮੋਟੀਆਂ ਗੰਦਲਾਂ ਸਰੋਂ ਦਾ ਸਾਗ ਅੱਜ ਕੱਲ੍ਹ ਤਾਂ ਦਰਸ਼ਨ ਹੀ ਦੁਰਲੱਭ ਹੋ ਗਏ ਨੇ। ਸਾਰੀ ਮੰਡੀ ਫੋਲ ਮਾਰੀ ਦੀ, ਉਹ ਜਿਸ ਤਰ੍ਹਾਂ ਘਾਹ ਵੱਢਿਆ ਹੁੰਦਾ ਦਾਤਰੀ ਨਾਲ, ਇਸ ਤਰ੍ਹਾਂ ਦੇ ਉਹ ਸਾਗ ਦਿੰਦੇ ਨੇ, ਅਤੇ ਉਹ ਵੀ 25-25 30-30 ਰੁਪਈਆਂ ਦੀ ਗੁੱਛੀ, ਨਿਕਲਦਾ ਵਿੱਚੋਂ ਕੱਖ ਵੀ ਨਹੀਂ। ਪਤਾ ਨਹੀਂ ਮੌਸਮ ਹੀ ਇਸ ਤਰ੍ਹਾਂ ਜਾਂ ਪੈਲੀਆਂ ਹੀ ਇੱਧਰ ਦੀਆਂ ਇਸ ਤਰ੍ਹਾਂ ਦੀਆਂ ਨੇ, ਜਾਂ ਸਮਾਂ ਚੇਂਜ ਹੋ ਗਿਆ, ਰੱਬ ਜਾਣੇ ਮਹਿੰਗਾਈ ਆ ਗਈ, ਜਾਂ ਪਤਾ ਨਹੀਂ ਉੱਗਣ ਹੀ ਨਹੀਂ ਦਿੰਦੇ, ਜਾਂ ਬੀਜ ਹੀ ਇਸ ਤਰ੍ਹਾਂ ਦਾ ਹੋ ਗਿਆ। ਉਹ ਜਿਹੜਾ ਸਰੋਂ ਦਾ ਸਾਗ ਹੁੰਦਾ ਸੀਗਾ, ਅੱਜ ਕੱਲ੍ਹ ਤਾਂ ਕਿਲੋ ਗੁੜ ਵਿੱਚ ਸੁੱਟ ਦਿਓ ਤਾਂ ਵੀ ਹੋਰ ਹੀ ਤਰ੍ਹਾਂ ਦਾ, ਉਹ ਇੰਨਾ ਮਿੱਠਾ ਹੁੰਦਾ ਸੀ। ਨਾ ਤਾਂ ਉਹਦੇ ਵਿੱਚ ਖੰਡ ਜਾਂ ਗੁੜ ਪਾਉਣ ਦੀ ਲੋੜ ਕਿ ਕਸੈਲਾ ਨਾ ਬਣੇ, ਨਾ ਉਹਦੇ ਵਿੱਚ ਕਈ ਵਾਰ ਲੂਣ ਤੋਂ ਬਗੈਰ ਵੀ ਉਸ ਤਰ੍ਹਾਂ ਦਾ ਸਵਾਦ ਲੱਗਦਾ। ਅਸਲੀ ਜਿਹੜਾ ਸਰੋਂ ਦਾ ਸਾਗ ਹੈ ਉਹ ਆਪਣੇ ਆਪ 'ਚ ਮਿੱਠਾ ਹੀ ਹੁੰਦਾ ਹੈ। ਸੋ ਲੂਣ ਪਾਉਣ ਦਾ ਚੇਤਾ ਭੁੱਲ ਗਿਆ, ਵੈਸੇ ਉਹ ਹੀ ਲਿਆ ਕੇ ਭਗਵਾਨ ਦੇ ਅੱਗੇ ਰੱਖ ਦਿੱਤਾ। ਫਿਰ ਗਰਮਾ ਗਰਮ ਪ੍ਰਸ਼ਾਦੇ ਲਾ ਕੇ ਖਵਾਉਣਾ ਕੀਤੇ। ਭਗਵਾਨ ਜੀ ਬਹੁਤ ਪ੍ਰਸੰਨ ਹੋ ਗਏ, ਖਾਈ ਜਾਣ। ਵੈਸੇ ਲੰਗਰ ਦੀ ਇਹੀ ਮਰਯਾਦਾ ਹੈ ਕਿ ਜੋ ਹਾਜ਼ਰ ਹੈ, ਕੋਈ ਪਿਆਰ ਨਾਲ ਛਕਾ ਰਿਹਾ ਉਹ ਛਕ ਲੈਣਾ, ਲੂਣ ਤੱਕ ਵੀ ਨਹੀਂ ਮੰਗਣਾ। ਹੋਰ ਚੀਜ਼ ਦਾ ਮੰਗਣੀ ਬੜੀ ਦੂਰ ਦੀ ਗੱਲ ਹੈ। ਲੰਗਰ ਦੀ ਮਰਯਾਦਾ ਕਿ ਲੂਣ ਤੱਕ ਵੀ ਨਹੀਂ ਮੰਗਣਾ, ਕਿਉਂਕਿ ਉਹ ਖੁਦ ਭਗਵਾਨ ਸੀਗੇ, ਸੰਤੋਖੀ ਸੀ, ਕੋਈ ਖਾਣ ਦੀ ਭੁੱਖ ਤਾਂ ਹੈ ਨਹੀਂ ਸੀ, ਬਿਨਾਂ ਹੀ ਲੂਣ ਤੋਂ ਖਾਈ ਗਏ। ਜਦੋਂ ਲੂਣਾ ਸਾਗ ਹੀ ਖਵਾਲ ਦਿੱਤਾ, ਬਿਦਰ ਜੀ ਨੇ ਭਗਵਾਨ ਤੋਂ ਖਿਮਾ ਮੰਗੀ। ਭਗਤ ਜੀ ਦੀ ਪਤਨੀ, ਕਿਉਂਕਿ ਜਦ ਉਹਨੇ ਬਾਅਦ ਵਿੱਚ ਮੂੰਹ 'ਚ ਪਾਇਆ ਤਾਂ ਉਹ ਹੱਸ ਕੇ ਬੋਲੀ ਕਿ ਮੈਂ ਤਾਂ ਛਿੱਲਾਂ ਖਵਾਈਆਂ ਅਤੇ ਤੁਸੀਂ ਲੂਣਾ ਸਾਗ ਹੀ ਖਵਾਲ ਦਿੱਤਾ। ਭਗਤ ਜੀ ਇਹ ਕੀ ਕੀਤਾ? ਤਾਂ ਬਿਦਰ ਨੇ ਭਗਵਾਨ ਦੇ ਚਰਨ ਫੜੇ, ਕਹਿਣ ਲੱਗਾ ਮਹਾਰਾਜ ਮਾਫੀ ਦਿਓ। ਭਗਵਾਨ ਜੀ ਉਹਨਾਂ ਦਾ ਪ੍ਰੇਮ ਵੇਖ ਕੇ ਬਹੁਤ ਪ੍ਰਸੰਨ ਹੋਏ, ਕਹਿੰਦੇ ਕੋਈ ਗੱਲ ਨਹੀਂ। ਸਾਰੀ ਰਾਤ ਪਰਮੇਸ਼ਰ ਦੇ ਗੁਣ ਗਾਉਂਦਿਆਂ ਅਤੇ ਭਗਵਾਨ ਕ੍ਰਿਸ਼ਨ ਜੀ ਦੀ ਸੇਵਾ ਕਰਦਿਆਂ ਹੀ ਬਤੀਤ ਕੀਤੇ। ਦੁਰਯੋਧਨ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਜੀ ਮੇਰਾ ਘਰ ਛੱਡ ਕੇ ਦਾਸੀ ਪੁੱਤਰ ਬਿਦਰ ਦੇ ਘਰ ਜਾ ਕੇ ਰਹੇ ਨੇ। ਤਦੋਂ ਦਿਨ ਚੜ੍ਹਦਿਆਂ ਆਪਣਾ ਦੂਤ ਭੇਜ ਕੇ ਭਗਵਾਨ ਕ੍ਰਿਸ਼ਨ ਜੀ ਨੂੰ ਬੁਲਾਇਆ। ਜਦੋਂ ਕ੍ਰਿਸ਼ਨ ਜੀ ਉਹਦੀ ਸਭਾ ਵਿੱਚ ਪਹੁੰਚੇ ਤਾਂ ਉਸਨੇ ਕਿਹਾ ਕਿ ਭਗਵਾਨ ਜੀ ਤੁਸੀਂ ਮਹਾਬਲੀ ਕਰਨ, ਦਰੋਣਾਚਾਰੀਆ, ਭੀਸ਼ਮ ਪਿਤਾਮਹ ਆਦਿ ਸਭਾ ਦੇ ਸ਼ਿੰਗਾਰਾਂ ਨੂੰ ਛੱਡ ਕੇ ਇੱਕ ਗੋਲੇ ਦੇ ਘਰ ਵਿੱਚ ਜਾ ਕੇ ਰਹੇ ਹੋ, ਉੱਥੇ ਤੁਹਾਨੂੰ ਕੀ ਸੁੱਖ ਪ੍ਰਾਪਤ ਹੋਇਆ? ਤੁਸੀਂ ਸਾਡੇ ਪਾਸ ਆ ਕੇ ਰਹਿਣਾ ਸੀ।
ਤਦੋਂ ਜੋ ਕ੍ਰਿਸ਼ਨ ਜੀ ਨੇ ਕਿਹਾ ਉਸ ਨੂੰ ਭਗਤ ਕਬੀਰ ਸਾਹਿਬ ਜੀ ਆਪਣੇ ਮੁਖੋਂ ਬਾਣੀ ਰੂਪ ਦੇ ਵਿੱਚ ਉਚਾਰਨ ਕਰਕੇ ਹੰਕਾਰੀ ਪੁਰਸ਼ ਨੂੰ ਇੰਜ ਉਪਦੇਸ਼ ਬਖਸ਼ਦੇ ਹਨ। ਰਾਜਨ ਇਹ ਰਾਜਾ ਦੁਰਯੋਧਨ, ਕੌਣ ਤੁਮਾਰੇ ਆਵੈ, ਤੇਰੇ ਦਰਬਾਰ ਦੇ ਵਿੱਚ ਤੇਰੇ ਘਰ ਦੇ ਵਿੱਚ ਕਿਹੜਾ ਆਉਣਾ ਕਰੇ। ਐਸੋ ਭਾਉ ਬਿਦਰ ਕੋ ਦੇਖਿਓ, ਆਸਾ ਨੇ ਬਿਦਰ ਭਗਤ ਦਾ ਅਜਿਹਾ ਪ੍ਰੇਮ ਵੇਖਣਾ ਕੀਤਾ ਹੈ। ਓਹ ਗਰੀਬ ਮੋਹਿ ਭਾਵੈ, ਜਿਸ ਕਰਕੇ ਉਹ ਗਰੀਬ ਹੀ ਮੈਨੂੰ ਚੰਗਾ ਲੱਗਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਸਤੀ ਦੇਖ ਭਰਮ ਤੇ ਭੂਲਾ, ਇਹ ਰਾਜਨ ਤੂੰ ਆਪਣੇ ਹਾਥੀ ਆਦਿਕ ਪਦਾਰਥਾਂ ਨੂੰ ਵੇਖ ਕੇ ਭਰਮ ਦੁਆਰਾ ਭੁੱਲਾ ਹੋਇਆ ਸੀ। ਸ੍ਰੀ ਭਗਵਾਨ ਨਾ ਜਾਣਿਆ, ਅਤੇ ਮੈਨੂੰ ਅਤਿਥੀ ਨੂੰ ਲక్ష్ਮੀ ਦੇ ਪਤੀ ਵਿਸ਼ਨੂੰ ਰੂਪ ਨਾ ਜਾਣਿਆ। ਤਨੋ ਦੂਧ ਬਿਦਰ ਕੋ ਪਾਨੋ, ਤੇਰੇ ਘਰ ਦਾ ਜੋ ਦੁੱਧ ਮੈਂ ਪਾਣੀ ਵਾਂਗ ਸਮਝਿਆ। ਬਿਦਰ ਕੋ ਪਾਨੋ, ਅਤੇ ਬਿਦਰ ਭਗਤ ਦੇ ਘਰ ਦਾ ਪਾਣੀ ਮੈਂ ਅੰਮ੍ਰਿਤ ਰੂਪ ਕਰਕੇ ਮੰਨਣਾ ਕੀਤਾ ਹੈ। ਅੰਮ੍ਰਿਤ ਕਰ ਮੈਂ ਮਾਨਿਆ, ਤੇਰੇ ਘਰ ਦਾ ਜੋ ਦੁੱਧ ਹੈ ਮੈਂ ਪਾਣੀ ਵਾਂਗ ਸਮਝਿਆ, ਤੇ ਬਿਦਰ ਦੇ ਘਰ ਦਾ ਜਿਹੜਾ ਪਾਣੀ ਹੈ ਮੈਂ ਅੰਮ੍ਰਿਤ ਕਰਕੇ ਮੰਨਣਾ ਕੀਤਾ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਫਿਰ ਤੇਰੇ ਘਰ ਦੀ ਖੀਰ ਦੇ ਬਰਾਬਰ ਹੀ ਮੈਂ ਬਿਦਰ ਦੇ ਘਰ ਦਾ ਸਾਗ ਪ੍ਰਾਪਤ ਕੀਤਾ। ਮਤਲਬ ਬਿਨਾਂ ਹੀ ਮਿੱਠੇ ਤੋਂ, ਬਿਨਾਂ ਹੀ ਲੂਣ ਤੋਂ ਉਹ ਮਿੱਠਾ ਜਾਣ ਕੇ ਮੈਂ ਖਾਧਾ। ਗੁਣ ਗਾਵਤ ਰੈਨ ਬਿਹਾਨੀ, ਅਤੇ ਗੁਣ ਗਾਉਂਦਿਆਂ ਸਾਰੀ ਰਾਤ ਬਤੀਤ ਕੀਤੀ ਹੈ। ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦਾ ਸੁਆਮੀ ਆਨੰਦਦਾਇਕ ਕੌਤਕਾਂ ਨੂੰ ਕਰਨੇ ਵਾਲਾ ਹੈ। ਜਾਤ ਨਾ ਕਾਹੂ ਕੀ ਮਾਨੀ, ਉਸ ਨੇ ਕਿਸੇ ਦੀ ਵੀ ਜਾਤੀ ਨਹੀਂ ਮੰਨਣਾ ਕੀਤੀ। ਇਸੇ ਪ੍ਰਕਾਰ ਜਗਿਆਸੂ ਮਨੁੱਖ ਆਪਣੇ ਮਨ ਨਾਲ ਵਿਚਾਰ ਕਰਦਾ ਹੋਇਆ ਕਹਿੰਦਾ ਹੈ। ਰਾਜਨ ਕੌਣ ਤੁਮਾਰੇ ਆਵੈ, ਦੁਰਯੋਧਨ ਦੀ ਤਰ੍ਹਾਂ ਹੀ ਹੰਕਾਰੀ ਮਨ ਰੂਪੀ ਰਾਜਨ ਤੇਰੇ ਕੋਲ ਅੰਤਰਮੁਖ ਬਿਰਤੀ ਕਰਕੇ ਸਰੂਪ ਦੀ ਸਖਿਆਤਾ ਰੂਪ ਕਿਹੜਾ ਆਉਣਾ ਕਰੇ। ਐਸੋ ਭਾਉ ਬਿਦਰ ਕੋ ਦੇਖਿਓ, ਬੇਦਵੈਤ ਨੂੰ ਦਰ ਦਲਨ ਵਾਲੇ ਮਨੁੱਖ ਦਾ ਅਸੀਂ ਐਸਾ ਪ੍ਰੇਮ ਵੇਖਣਾ ਕੀਤਾ ਹੈ। ਉਹ ਗਰੀਬ ਮੋਹਿ ਭਾਵੈ, ਜਿਸ ਕਰਕੇ ਉਹ ਨਿਮਰਤਾ ਵਾਲਾ ਮਨੁੱਖ ਮੈਨੂੰ ਭਾਉਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਸਤੀ ਦੇਖ ਭਰਮ ਤੇ ਭੂਲਾ, ਇਹ ਮਨ ਤੂੰ ਆਪਣੇ ਆਪ ਨੂੰ ਹਾਥੀ ਦੀ ਤਰ੍ਹਾਂ ਵੱਡਾ ਹੰਕਾਰੀ ਵੇਖ ਕੇ ਇਸੇ ਭਰਮ ਦੇ ਵਿੱਚ ਭੁੱਲੀ ਬੈਠਾ ਹੈ ਕਿ ਮੈਂ ਬਹੁਤ ਬਲੀ ਹਾਂ। ਸ੍ਰੀ ਭਗਵਾਨ ਨਾ ਜਾਣਿਆ, ਪਰ ਤੂੰ ਸ਼੍ਰੋਮਣੀ ਖਟ ਭਗਾ ਖਟ ਚੰਨਾ ਸੰਪੰਨ ਈਸ਼ਰ ਨੂੰ ਨਹੀਂ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਤੇਰੇ ਸਕਾਮ ਕਰਮ ਰੂਪੀ ਦੁੱਧ ਨੂੰ ਛੱਡ ਕੇ ਦਵੈਤ ਨੂੰ ਦਲਣ ਵਾਲੇ ਨਿਮਰਤਾਵਾਨ ਮਨੁੱਖ ਦਾ ਪ੍ਰੇਮ ਰੂਪ ਪਾਣੀ ਅੰਮ੍ਰਿਤ ਕਰ ਮੈਂ ਮਾਨਿਆ। ਅਸੀਂ ਬ੍ਰਹਮਾਨੰਦ ਰੂਪ ਅੰਮ੍ਰਿਤ ਦੇਣ ਵਾਲਾ ਕਰਕੇ ਮੰਨਿਆ ਹੈ। ਖੀਰ ਸਮਾਨ ਸਾਗ ਮੈਂ ਪਾਇਆ, ਹੇ ਮਨ ਤੇਰੀ ਉਪਾਸ਼ਨਾ ਰੂਪ ਖੀਰ ਦੇ ਸਮਾਨ ਮੈਂ ਸੰਗਤ ਰੂਪੀ ਸਾਗ ਨੂੰ ਪਾਇਆ ਹੈ। ਭਾਵ ਤੇਰੀ ਉਪਾਸ਼ਨਾ ਕਰਕੇ ਪਰੋਖ ਗਿਆਨੀ ਹੋਵੇਗਾ ਅਤੇ ਸੰਗਤ ਕਰਕੇ ਅਪਰੋਖ ਗਿਆਨ ਪ੍ਰਾਪਤ ਹੁੰਦਾ ਹੈ।
ਗਾਵਤ ਰੈਨ ਬਿਹਾਨੀ। ਇਸ ਪ੍ਰਕਾਰ ਸੰਗਤ ਵਿੱਚ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆਂ ਸਾਡੀ ਅਵਿਦਿਆ ਰੂਪ ਰਾਤ ਬਤੀਤ ਹੋ ਗਈ ਹੈ। ਕਬੀਰ ਕੋ ਠਾਕੁਰ ਆਨੰਦ ਬਿਨੋਦੀ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦਾ ਮਾਲਕ ਆਨੰਦਦਾਇਕ ਕੌਤਕਾਂ ਦੇ ਕਰਨ ਵਾਲਾ ਹੈ। ਜਾਤ ਨਾ ਕਾਹੂ ਕੀ ਮਾਨੀ। ਕਿਸੇ ਦੀ ਵੀ ਬੁੱਧੀ ਆਦਿਕ ਦੀ ਹਉਮੈ ਨਹੀਂ ਮੰਨਦਾ, ਕੇਵਲ ਪ੍ਰੇਮ ਹੀ ਵੇਖਦਾ ਹੈ। ਲੋਕ ਕਬੀਰ। ਭਗਤ ਕਬੀਰ ਜੀ ਯੁੱਧ ਦੇ ਪ੍ਰਕਰਨ ਦੁਆਰਾ ਪਾਵਨ ਉਪਦੇਸ਼ ਬਖਸ਼ਦੇ ਹਨ। ਗਗਨ ਦਮਾਮਾ ਬਾਜਿਓ। ਜਦੋਂ ਆਕਾਸ਼ੀ ਭਾਵ ਉੱਚੇ ਥਾਂ ਤੇ ਰੱਖਿਆ ਹੋਇਆ ਧੌਂਸਾ ਵੱਜਦਾ ਹੈ, ਹਰਿਓ ਨਿਸ਼ਾਨ ਘਾਉ। ਉਸ ਸਮੇਂ ਮੌਤ ਦਾ ਨਿਸ਼ਾਨਾ ਬਣੇ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਹਿਰਦੇ ਵਿੱਚ ਜੋਸ਼ ਵੀ ਰਸ ਰੂਪੀ ਜ਼ਖਮ ਫੱਟ ਲੱਗਦਾ ਹੈ। ਖੇਤ ਜੋ ਮਾਂਡਿਓ ਸੂਰਮਾ। ਜਿਹੜਾ ਜੰਗ ਦਾ ਮੈਦਾਨ ਸੂਰਮਿਆਂ ਨੇ ਮਲਣਾ ਕੀਤਾ ਹੋਇਆ ਹੈ, ਅਬ ਜੂਜਨ ਕੋ ਦਾਉ। ਉਸ ਵਿੱਚ ਖੜ ਕੇ ਗੱਜ ਕੇ ਆਖਦੇ ਨੇ ਕਿ ਹੁਣ ਮੈਦਾਨ ਵਿੱਚ ਲੜਨ ਦਾ ਸਮਾਂ ਹੈ, ਮੌਕਾ ਹੈ। ਪੂਰਾ ਸੂ ਪਹਿਚਾਨੀਆਂ। ਫਿਰ ਯੁੱਧ ਦੇ ਮੈਦਾਨ ਵਿੱਚ ਉਹੀ ਸੂਰਮਾ ਪਹਿਚਾਣੀਦਾ ਹੈ ਲੜੈ ਦੀਨ ਕੀ ਹੀਤ। ਜਿਹੜਾ ਆਪਣੇ ਧਰਮ ਦੇ ਵਾਸਤੇ ਲੜਦਾ ਹੈ। ਪੁਰਜਾ ਕੱਟ ਮਰੈ। ਫਿਰ ਟੋਟੇ ਟੋਟੇ ਕੱਟ ਕੇ ਮਰ ਜਾਂਦਾ ਹੈ। ਬਹੁ ਨਾ ਛੱਡ ਖੇਤ। ਅਤੇ ਕਦੇ ਵੀ ਜੰਗ ਦਾ ਮੈਦਾਨ ਨਹੀਂ ਛੱਡਦਾ। ਇਸੇ ਪ੍ਰਕਾਰ ਗਗਨ ਦਮਾਮਾ ਬਾਜਿਓ। ਜਦੋਂ ਚਿਦਾਕਾਸ਼ ਬ੍ਰਹਮ ਦਾ ਹੁਕਮ ਰੂਪੀ ਧੌਂਸਾ ਮਹਾਤਮਾ ਗੁਰੂ ਨੇ ਵਜਾਉਣਾ ਪ੍ਰਗਟ ਕੀਤਾ, ਹਰਿਓ ਨਿਸ਼ਾਨ ਘਾਉ। ਤਦੋਂ ਨਿਸ਼ਾਨਾ ਬਣੇ ਹੋਏ ਜਗਿਆਸੂਆਂ ਰੂਪ ਸੂਰਮਿਆਂ ਦੇ ਹਿਰਦੇ ਅੰਦਰ ਪ੍ਰੇਮ ਦਾ ਜ਼ਖਮ ਪੈ ਗਿਆ। ਹਰ ਪ੍ਰੇਮ ਬਾਣੀ ਮਨ ਮਾਰਿਆ। ਅਣਿਆਲੇ ਅਣੀਆਂ ਰਾਮ ਰਾਜੇ। ਜਿਸ ਲਾਗੀ ਬੀਰ ਪਰਮ ਕੀ ਸੋ ਜਾਣ ਜਰੀਆ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਜਾ ਨਾਨਕ ਸਤਿਗੁਰ ਮੇਲ ਹਰ ਜਗਤ ਉਤਰ ਤਰੀਆ। ਮੇਰੇ ਮਨ ਪ੍ਰੇਮ ਲਗੋ ਹਰ ਤੀਰ। ਹਮਰੀ ਮੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ। ਖੇਤ ਜੋ ਮਾਂਡਿਓ ਸੂਰਮਾ। ਜੋ ਮਨੁੱਖ ਸਰੀਰ ਅੰਤਕਰਨ ਰੂਪੀ ਜੰਗ ਦੇ ਮੈਦਾਨ ਨੂੰ ਆਸੁਰੀ ਸੰਪਦਾ ਰੂਪ ਸੂਰਮਿਆਂ ਨੇ ਮਲਣਾ ਕੀਤਾ ਹੈ, ਅਬ ਜੂਜਨ ਕੋ ਦਾਉ। ਉਹਨਾਂ ਦੇ ਨਾਲ ਵੈਰਾਗ ਵਿਵੇਕ ਰੂਪ ਸੂਰਮਿਆਂ ਦੇ ਸਹਿਤ ਹੋ ਕੇ ਲੜਨ ਦਾ ਸਮਾਂ ਹੁਣ ਹੀ ਹੈ, ਹੁਣ ਹੀ ਹੈ। ਪੂਰਾ ਸੋ ਪਹਿਚਾਨੀਐ। ਸੂਰਮਾ ਉਹੀ ਪਹਿਚਾਣੀਦਾ ਹੈ ਦੀਨ ਕੀ ਹੀਤ। ਜਿਹੜਾ ਪਰਲੋਕ ਗਰੀਬਾਂ ਦੀ ਰੱਖਿਆ ਵਾਸਤੇ ਇਹਨਾਂ ਵਿਕਾਰਾਂ ਨਾਲ ਲੜਦਾ ਹੈ। ਪੁਰਜਾ ਕੱਟ ਮਰੈ। ਉਹਨਾਂ ਵਿਕਾਰਾਂ ਨੂੰ ਟੁਕੜਾ ਟੁਕੜਾ ਕੱਟ ਕੇ ਆਪ ਜੀਵਤ ਭਾਵ ਵੱਲੋਂ ਮਰਨਾ ਕਰਦਾ ਹੈ। ਬਹੁ ਨ ਛੱਡ ਖੇਤ। ਅਤੇ ਇਸ ਮਨੁੱਖਾ ਜਨਮ ਅੰਤਕਰਨ ਰੂਪੀ ਜੰਗ ਦੇ ਮੈਦਾਨ ਵਿੱਚੋਂ ਇਹਨਾਂ ਵਿਕਾਰਾਂ ਅਗਿਆਨ ਨੂੰ ਕਦੇ ਵੀ ਜਿਉਂਦਾ ਨਾ ਛੱਡੇ, ਜਾਂ ਇਸ ਮਨੁੱਖਾ ਜਨਮ ਨੂੰ ਨਾ ਛੱਡੇ, ਭਾਵ ਹਾਰਨਾ ਨਾ ਕਰੇ। ਕਬੀਰ ਕਾ ਸ਼ਬਦ। ਮਾਰੂ ਰਾਗ ਦੇ ਪ੍ਰਕਰਨ ਵਿੱਚ ਸੋ
ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਇੱਕ ਆਵੇਗਾ। ਬਾਣੀ ਨਾਮ ਦਿਓ ਜੀ ਕੀ, ਰਾਗ ਮਾਰੂ। ਮਾਰੂ ਰਾਗ ਦੇ ਵਿੱਚ ਸੋ ਪ੍ਰਕਰਨ ਦੇ ਅਨੁਸਾਰ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਆ ਰਿਹਾ ਹੈ। ਬਾਣੀ ਨਾਮ ਦਿਓ ਜੀ ਕੀ। ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤ ਨਾਮਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਤੋਂ ਅੱਗੇ ਦਰਜ ਕਰਵਾ ਰਹੇ ਹਨ। ਓੰਕਾਰ, ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ, ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਸ਼ਬਦ ਅੰਦਰ ਭਗਤ ਨਾਮਦੇਵ ਜੀ ਨਾਮ ਦੇ ਪ੍ਰਤਾਪ ਬਾਰੇ ਕਥਨ ਕਰਦੇ ਨੇ। ਇਹ ਜਿਹੜਾ ਸ਼ਬਦ ਹੈ ਆ ਰਿਹਾ ਅਗਲਾ, ਇਹ ਭਗਤ ਨਾਮਦੇਵ ਜੀ ਦਾ ਆ ਰਿਹਾ ਹੈ। ਚਾਰ ਮੁਕਤ ਚਾਰੈ ਸਿੱਧ ਮਿਲ ਕੈ, ਚਾਰ ਮੁਕਤੀਆਂ ਸਲੋਕ ਸਮੀਪ ਸਰੂਪ ਤੇ ਸਾਯੋਜ, ਚਾਰ ਹੀ ਵੱਡੀਆਂ ਸਿੱਧੀਆਂ ਅਣਮਾ ਮਹਿਮਾ ਗਰਮਾ ਤੇ ਲਗਮਾ, ਇਹ ਮਿਲ ਕਰਕੇ ਲਹਿ ਪ੍ਰਭ ਕੀ ਸਰਨ ਪਰਿਓ, ਪਤੀ ਪਰਮੇਸ਼ਰ ਦੀ ਓਟ ਵਿੱਚ ਪਈਆਂ ਹੋਈਆਂ ਹਨ। ਅਥਵਾ ਇਸੇ ਪ੍ਰਕਾਰ ਚਾਰ ਮੁਕਤ ਚਾਰੈ ਸਿੱਧ ਮਿਲ ਕੈ, ਜੋ ਪੁਰਖ ਜਿਹੜਾ ਹੈ ਦੁਲਹਿ ਪ੍ਰਭ ਕੀ ਸਰਨ ਪਰਿਓ, ਪਤੀ ਪ੍ਰਭੂ ਦੀ ਸ਼ਰਨ ਵਿੱਚ ਪਿਆ ਹੋਇਆ ਹੈ, ਉਸ ਦੀ ਹਜ਼ੂਰੀ ਵਿੱਚ ਇਹ ਚਾਰੇ ਮੁਕਤੀਆਂ ਅਤੇ ਚਾਰੇ ਸਿੱਧੀਆਂ ਮਿਲ ਕੇ ਖੜੀਆਂ ਰਹਿੰਦੀਆਂ ਨੇ। ਹਰ ਦਰਸ਼ਨ ਕਰੀਆਂ ਨਾਨਕ ਗੁਰ ਮੇਰੀਆਂ ਬਾਹੁਰ ਨਾ ਫਿਰੀਆਂ, ਸੋ ਜਿਵੇਂ ਬਾਰ ਜੋ ਘਰ ਦਹਿਣ ਪਟਾ ਨੇ ਸਵਈਆਂ 'ਚ ਬਚਨ ਕੀਤਾ ਹੈ। ਬਾਰ ਜੋ ਘਰ ਦਹਿਣ ਜਿਹੜੀ ਲక్ష్ਮੀ ਹੈ ਉਹ ਸੱਜੇ ਹੱਥ ਖੜੀ ਹੈ, ਸਿੱਧ ਸਨਮੁਖ ਮੁਖ ਜੋ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਸਨਮੁਖ ਸਿੱਧੀ ਖੜ ਕੇ ਵੇਖ ਰਹੀ, ਹੱਥ ਜੋੜ ਕੇ ਵੀ ਮੈਨੂੰ ਆਗਿਆ ਕਰਨ। ਰਿੱਧ ਬਸੈ ਬਾਵਾਂਗ, ਜਿਹੜੀ ਰਿੱਧੀ ਹੈ ਉਹ ਮਹਾਰਾਜ ਦੇ ਖੱਬੇ ਹੱਥ ਵਸ ਰਹੀ ਹੈ, ਜੋ ਤੀਨ ਲੋਕਾਂ ਅੰਦਰ ਮੋਹ ਹੈ, ਜੋ ਤਿੰਨਾਂ ਲੋਕਾਂ ਨੂੰ ਮੋਹਿਤ ਕਰ ਰਹੀ ਹੈ। ਇਉਂ ਬੇਨਤੀਆਂ ਕਰ ਰਹੀਆਂ ਮਹਾਰਾਜ ਸਾਨੂੰ ਅੰਗੀਕਾਰ ਕਰੋ। ਪਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਰਵਾਜ਼ੇ 'ਤੇ ਖੜੀਆਂ ਰਿੱਧੀਆਂ ਸਿੱਧੀਆਂ ਜੋ ਦਰਸ਼ਨ ਕਰਕੇ ਬੇਨਤੀਆਂ ਕਰ ਰਹੀਆਂ, ਉਹਨਾਂ ਵੱਲ ਤੱਕਦੇ ਤੱਕ ਨਹੀਂ, ਇਸ਼ਾਰਾ ਵੀ ਨਹੀਂ ਕਰਦੇ, ਉਹਨਾਂ ਨੂੰ ਗ੍ਰਹਿਣ ਨਹੀਂ ਕਰ ਰਹੇ ਹਨ। ਜਾਂ ਇਸੇ ਪ੍ਰਕਾਰ ਚਾਰ ਮੁਕਤ ਚਾਰੈ ਸਿੱਧ ਮਿਲ ਕੈ, ਚਾਰ ਚਾਰੈ 8 ਮੁੱਖ ਸਿੱਧੀਆਂ ਤੇ 4 ਮੁਕਤੀਆਂ ਤੋਂ ਬਾਅਦ ਜਿਹੜੀ ਕੇਵਲ ਮੁਕਤੀ ਹੈ ਉਹ ਮਿਲ ਕੇ ਦੁਲਹਿ ਪ੍ਰਭ ਕੀ ਸਰਨ ਪਰਿਓ, ਜਿਹੜਾ ਪਤੀ ਪਰਮਾਤਮਾ ਦੀ ਸ਼ਰਨ 'ਚ ਪਿਆ ਉਸ ਮਨੁੱਖ ਦੇ ਅੱਗੇ ਹਮੇਸ਼ਾ ਖੜੀਆਂ ਰਹਿੰਦੀਆਂ ਹਨ। ਮੁਕਤ ਭਇਓ ਚਾਹੂ ਜੁਗ ਜਾਣਿਓ, ਜਿਹੜੇ ਮਨੁੱਖ ਮੁਕਤ ਹੋਏ ਹਨ ਉਹ ਚੌਹਾਂ ਯੁੱਗਾਂ ਵਿੱਚ ਜਾਣੇ ਗਏ ਹਨ। ਵਿਵੇਕ, ਵੈਰਾਗ, ਖਾਟ ਸਮਧੀ, ਮਮੋਖਿਸ਼ਾ ਜਾਂ ਸ਼ਰਵਣ ਮੰਨਨ ਨਿਧਿਆਸਨ ਤੇ ਤਤਵੰਗ ਪਾਦਾ ਸੰਸ਼ੋਧਨ ਰੂਪ ਚਾਰੇ ਯੁੱਗਾਂ ਦੇ ਸੰਯੁਕਤ ਹੋ ਕੇ ਉਹ ਜਾਣੇ ਗਏ ਹਨ। ਜਸ ਕੀਰਤ ਮਾਥੈ ਛਤਰ ਧਰਿਓ, ਉਹਨਾਂ ਨੇ ਆਪਣੇ ਮਸਤਕ ਦੇ ਉੱਪਰ ਇਸ ਲੋਕ ਵਿੱਚ ਜਸ ਅਤੇ ਪਰਲੋਕ ਵਿੱਚ ਕੀਰਤੀ ਰੂਪ ਛਤਰ ਧਾਰਨ ਕੀਤਾ ਹੈ। ਛਤਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆਂ, ਬਾਕੀ ਜਿਹੜੇ ਛਤਰਧਾਰੀ ਬਾਦਸ਼ਾਹ ਨੇ ਉਹ ਤਾਂ ਸੰਸਿਆਂ 'ਚ ਪਏ ਹੋਏ ਨੇ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ,
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੋ ਗੁਰਮੁਖਾਂ ਦਾ ਕੀਰਤਨ ਰੂਪੀ ਹੋਈ ਛਤਰ ਹੈ। ਉਹਨਾਂ ਨੇ ਆਪਣੇ ਮੱਥੇ ਭਾਵੇਂ ਹਿਰਦੇ ਅੰਦਰ ਵਾਹਿਗੁਰੂ ਦੇ ਜਸ ਦੀ ਪ੍ਰੀਤ ਦਾ ਛਤਰ ਧਾਰਨਾ ਕੀਤਾ। ਜਸ ਸਾਹਮਣੇ ਹੋਣ ਦਾ ਨਾਮ ਕੀਰਤੀ ਪਿਛੋਂ ਹੋਣੀ ਹੈ। ਰਾਜਾ ਰਾਮ ਜਪਤ ਕੋ ਨਾ ਤਰਿਓ। ਹੇ ਭਾਈ, ਪ੍ਰਕਾਸ਼ ਰੂਪ ਰਮੰਤੀ ਪ੍ਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਕਿਹੜਾ ਸੰਸਾਰ ਸਮੁੰਦਰ ਤੋਂ ਨਹੀਂ ਤਰਿਆ। ਭਾਵ ਬੇਅੰਤ ਜੀਵ ਤਰੇ ਹਨ। ਹੋਰੀ ਉਪਦੇਸ਼ ਸਾਧ ਕੀ ਸੰਗਤ। ਜਿਸ ਨੇ ਗੁਰਾਂ ਦਾ ਉਪਦੇਸ਼ ਸਿੱਖਿਆ ਨੂੰ ਕਮਾਉਣਾ ਕੀਤਾ ਅਤੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਕੀਤੀ ਹੈ, ਜਾਂ ਮਹਾਤਮਾ ਦੀ ਸੰਗਤ ਵਿੱਚ ਗੁਰ ਉਪਦੇਸ਼ ਨੂੰ ਕਮਾਇਆ ਹੈ। ਭਗਤ ਤਾ ਕੋ ਨਾਮ ਪਰਿਓ। ਉਸ ਦਾ ਨਾਮ ਭਗਤ ਜਗ ਵਜਿਆ। ਚੌਚੱਕਾਂ ਵਿੱਚ ਅਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਟੋਰ ਟੋਏ ਟੋਰ ਸਮੇਟਾ। ਕੁਲਾ ਧਰਮ ਟੋਏ ਟੋਰ ਸਮੇਟਾ। ਭਗਤ ਰਵਿਦਾਸ ਜੀ ਵਾਂਗ ਭਗਤੀ ਕਰਨ ਵਾਲਾ ਦਾਸ ਪੈ ਗਿਆ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸ਼ੰਖ ਚੱਕਰ ਮਾਲਾ ਤਿਲਕ ਬਿਰਾਜਤ। ਜਿਸ ਹਰੀ ਦੇ ਪਾਸ ਸ਼ੰਖ ਹੈ, ਚੱਕਰ ਹੈ, ਬਜੰਤੀ ਮਾਲਾ ਹੈ, ਤਿਲਕ ਆਦਿਕ ਚਿੰਨ੍ਹ ਬਿਰਾਜ ਕੇ ਸ਼ੋਭਤ ਹੁੰਦੇ ਹਨ। ਦੇਖ ਪ੍ਰਤਾਪ ਜਮ ਡਰਿਓ। ਉਸ ਦਾ ਤੇਜ ਪ੍ਰਭਾਵ ਵੇਖ ਕੇ ਯਮਰਾਜ ਡਰ ਜਾਂਦਾ ਹੈ। ਇਸੇ ਪ੍ਰਕਾਰ ਸ਼ੰਖ ਚੱਕਰ ਮਾਲਾ ਤਿਲਕ ਬਿਰਾਜਤ। ਭਗਤ ਜੀ ਵੈਸ਼ਨੂ ਮਤ ਅਨੁਸਾਰ ਸਰੂਪ ਮੁਕਤੀ ਨੂੰ ਪ੍ਰਾਪਤ ਹੋਣ ਵਾਲਿਆਂ ਬਾਬਤ ਕਥਨ ਕਰਦੇ ਨੇ ਕਿ ਜਿਵੇਂ ਸ਼ੰਖ ਚੱਕਰ ਮਾਲਾ ਤੇ ਤਿਲਕ ਆਦਿਕ ਵਿਸ਼ਨੂੰ ਦੇ ਚਿੰਨ੍ਹ ਨੇ, ਇਉਂ ਉਹ ਇਹਨਾਂ ਦੇ ਨਾਲ ਬਿਰਾਜਮਾਨ ਸੁਸ਼ੋਭਿਤ ਹੋ ਕੇ ਬੈਕੁੰਠ ਵਿੱਚ ਵਸਦੇ ਹਨ। ਦੇਖ ਪ੍ਰਤਾਪ ਜਮ ਡਰਿਓ। ਅਤੇ ਉਹਨਾਂ ਦੇ ਪ੍ਰਤਾਪ ਨੂੰ ਦੇਖ ਕੇ ਯਮਰਾਜ ਵੀ ਡਰਦਾ ਹੈ। ਇਸੇ ਪ੍ਰਕਾਰ ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ। ਵਾਹਿਗੁਰੂ ਦੇ ਦਰਵਾਜ਼ੇ ਤੇ ਇਹੋ ਜਿਹੇ ਕਰੋੜਾਂ ਹੀ ਵਿਸ਼ਨੂੰ ਹਨ। ਸ਼ੰਖ ਚੱਕਰ ਮਾਲਾ ਤਿਲਕ ਬਿਰਾਜਤ। ਹੁਣ ਭਗਤਾਂ ਦੀ ਬਾਬਤ ਕਥਨ ਕਰਦੇ ਨੇ ਕਿ ਉਹਨਾਂ ਭਗਤਾਂ ਦੇ ਪਾਸ ਪ੍ਰਭੂ ਦਾ ਕੀਰਤਨ ਰੂਪ ਸ਼ੰਖ ਹੈ। ਜਿਵੇਂ ਨਾਰਦ ਮੁਨੀ ਹਮੇਸ਼ਾ ਕੀਰਤਨ ਕਰਦਾ ਰਹਿੰਦਾ, ਇਉਂ ਪ੍ਰਭੂ ਦਾ ਜਸ ਰੂਪੀ ਸ਼ੰਖ ਹੈ ਅਤੇ ਹੁਕਮ ਮੰਨਣ ਰੂਪੀ ਚੱਕਰ ਹੈ। ਭਗਤ ਅੰਬਰੀਕ ਜੀ ਜੋ ਕਿ ਵਾਹਿਗੁਰੂ ਦੇ ਭਗਤ ਸਨ, ਉਹਨਾਂ ਦੀ ਰੱਖਿਆ ਲਈ ਵਿਸ਼ਨੂੰ ਦਾ ਚੱਕਰ ਸੁਦਰਸ਼ਨ ਚੱਕਰ ਉਹਦੇ ਦਰਵਾਜ਼ੇ 'ਤੇ ਹਮੇਸ਼ਾ ਪਹਿਰਾ ਦਿੰਦਾ ਸੀ। ਜਿਹੜਾ ਦੁਰਵਾਸਾ ਸੀ, ਹੰਕਾਰੀ ਸੀ, ਕਿੰਨਾ ਵੱਡਾ ਉਹ ਰਿਖੀ, ਤੇ ਪਰ ਜਦ ਉਹ ਸ਼ਰਾਪ ਦੇਣ ਲੱਗਾ ਤੇ ਉਹ ਸੁਦਰਸ਼ਨ ਚੱਕਰ ਉਹਦੇ ਵੈਰ ਪੈ ਗਿਆ ਸੀ। ਇਉਂ ਜਿਹੜਾ ਵਾਹਿਗੁਰੂ ਦਾ ਹੁਕਮ ਮੰਨਦਾ ਹੈ, ਚੱਕਰ ਚੁੱਕਰ ਦੇ ਸਾਰੇ ਉਹਦੇ ਦਾਸ ਨੇ। ਹੁਕਮ ਮੰਨਣ ਰੂਪੀ ਚੱਕਰ ਹੈ। ਜਿਵੇਂ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਮਹਾਰਾਜ ਨੇ 5 ਤੀਰ ਬਖਸ਼ੇ ਸੀਗੇ। ਉਹਨੇ ਇਹੋ ਜਿਹਾ ਚੱਕਰ ਚਲਾਇਆ ਕਿ ਪਤਾ ਹੀ ਨਹੀਂ ਲੱਗਾ ਵੀ ਕਿੱਧਰੋਂ ਵਰਦੀਆਂ ਨੇ। ਸ਼ਸਤਰ ਆਉਂਦਿਆਂ ਨੂੰ ਪਤਾ ਹੀ ਨਹੀਂ ਲੱਗਦਾ ਸੀ, ਵਾਰ ਹੀ ਨਹੀਂ ਸੀ ਆਉਂਦਾ। ਮੁੱਧੜੇ ਮੂੰਹ ਸੁੱਟ ਦਿੱਤਾ। ਇੰਨੀ ਵਰਖਾ ਕੀਤੀ, ਮਾਰ ਜੁੱਤੀਆਂ ਦਾ ਮੜ ਪੋਲਾ ਕਰ ਸੁੱਟਿਆ, ਘੋੜਿਆਂ ਦੀਆਂ ਟਾਪਾਂ ਮਗਰ ਪਾ ਕੇ। ਕਿੱਥੇ ਵੇਖੋ ਆ ਚੱਪੜਚਿੜੀ ਦਾ ਮੈਦਾਨ ਹੈ ਤੇ ਕਿੱਥੇ ਸਰਹੰਦ ਹੈ। ਤੂੰ ਘੜੀਸ ਮਾਰਿਆ। ਸੂਬਾ ਸਰਹੰਦ ਬੀਜੀ ਦੇ ਨੂੰ। ਇਹੋ ਜਿਹਾ ਹੁਕਮ ਮੰਨਣ ਰੂਪੀ ਚੱਕਰ ਹੈ। ਜਿਹਨੇ ਆਖਿਆ ਸੀ ਮਹਾਰਾਜ ਮੈਂ ਤੁਹਾਡਾ ਬੰਦਾ,
ਬੰਦੇ ਦਾ ਮਤਲਬ ਹੈ ਗੁਲਾਮ, ਹੁਕਮ ਮੰਨਣ ਵਾਲਾ। ਭਗਤੀ ਰੂਪ ਮਾਲਾ ਹੈ ਤੇ ਅਦਵੈ ਸਰੂਪ ਨੂੰ ਜਨ ਰੂਪੀ ਤਿਲਕ ਬਿਰਾਜ ਰਿਹਾ ਹੈ। ਐਸੇ ਨਿਰਗੁਣ ਸਰੂਪ ਦੇ ਦੇਖ ਪ੍ਰਤਾਪ ਜਮ ਡਰਿਓ। ਭਗਤਾਂ ਦਾ ਤੇਜ ਪ੍ਰਤਾਪ ਵੇਖ ਕੇ ਯਮਰਾਜ ਵੀ ਡਰਦਾ ਹੈ। ਨਿਰਭਉ ਭਈ ਰਾਮ ਬਲ ਗਰਜਤ। ਉਹ ਪਰਮੇਸ਼ਰ ਦੇ ਜ਼ੋਰ ਨੂੰ ਪ੍ਰਾਪਤ ਕਰਕੇ ਯਮ ਦੇ ਭੈ ਤੋਂ ਰਹਿਤ ਹੋਏ ਗਰਜ ਰਹੇ ਹਨ। ਜਨਮ ਮਰਨ ਸੰਤਾਪ ਹਿਰਿਓ। ਰਾਮ ਭਗਤਾਂ ਦੀ ਰੱਖਿਆ ਕਰਨ ਵਾਸਤੇ ਆਪਣੇ ਬਲ ਦੇ ਸਹਿਤ ਗਰਜ ਰਿਹਾ ਵਾਹਿਗੁਰੂ। ਤੇ ਭਗਤਾਂ ਦਾ ਜੰਮਣ ਮਰਨ ਦਾ ਦੁੱਖ ਉਹਨੇ ਨਾਸ਼ ਕਰ ਦਿੱਤਾ ਹੈ। ਅੰਬਰੀਕ ਕਉ ਦਿਓ ਅਭੈ ਪਾਦ। ਇਹ ਨਾਮਦੇਵ ਜੀ ਪ੍ਰਾਤਨ ਭਗਤਾਂ ਦਾ ਹਵਾਲਾ ਦੇ ਕੇ ਨਾਮ ਦੀ ਮਹੱਤਤਾ ਦੱਸ ਰਹੇ ਨੇ ਕਿ ਸੂਰਜਵੰਸ਼ੀ ਰਾਜੇ ਅੰਬਰੀਕ ਨੂੰ ਪ੍ਰਭੂ ਨੇ ਭੈ ਤੋਂ ਰਹਿਤ ਪਦਵੀ ਦੇਣਾ ਕੀਤੀ। ਰਾਜ ਭਵਿਖਨ ਅਦਕ ਕਰਿਓ। ਅਤੇ ਭਵਿਖਨ ਨੂੰ ਅੱਗੇ ਤੋਂ ਵੀ ਹੋਰ ਜ਼ਿਆਦਾ ਰਾਜ ਭਾਗ ਦੇਣਾ ਕੀਤਾ। ਭਾ ਪਹਿਲਾਂ ਗੁਜ਼ਾਰੇ ਮਤ ਰਾਜ ਕਰਦਾ ਸੀ, ਫਿਰ ਰਾਮ ਜੀ ਨੇ ਲੰਕਾ ਦਾ ਪਤੀ ਹੋਈ ਉਹਨੂੰ ਬਣਾ ਦਿੱਤਾ। ਤੇ ਰਾਜਾ ਅੰਬਰੀਕ ਜੋ ਬਹੁਤ ਧਰਮਾਤਮਾ ਪੁਰਖ ਹੋਇਆ। ਵਾਲਮੀਕੀ ਰਾਮਾਇਣ ਅਨੁਸਾਰ ਪਰਸ਼ੂ ਸ਼ੁਰਕ ਦਾ ਪੁੱਤਰ ਅਯੋਧਿਆਪਤੀ ਸੂਰਜਵੰਸ਼ੀ ਰਾਜਾ ਜੋ ਇਖਾਗ ਤੋਂ 28ਵੀਂ ਪੀੜ੍ਹੀ 'ਚ ਸੀਗੇ। ਇਸ ਰਾਜੇ ਨੇ ਕੱਤਕ ਦੀ ਇਕਾਦਸ਼ੀ ਨੂੰ ਵਰਤ ਰੱਖਿਆ ਹੋਇਆ ਸੀ। ਦੁਰਭਾਸ਼ਾ ਰਿਖੀ ਰਾਜਾ ਅੰਬਰੀਕ ਦਾ ਪ੍ਰਤਾਪ ਸੁਣ ਕੇ ਦਰਸ਼ਨ ਕਰਨ ਲਈ ਆਇਆ। ਉਸ ਵੇਲੇ ਰਾਜੇ ਅੰਬਰੀਕ ਨੇ ਕਿਹਾ ਕਿ ਤੁਸੀਂ ਮੇਰੇ ਘਰ ਭੋਜਨ ਕਰੋ, ਕਿਉਂਕਿ ਮੇਰਾ ਨਿਯਮ ਹੈ ਕਿ ਕਿਸੇ ਨਾ ਕਿਸੇ ਰਿਖੀ ਮੁਨੀ ਨੂੰ ਪ੍ਰਸ਼ਾਦ ਛਕਾ ਕੇ ਹੀ ਮੈਂ ਅੰਨ ਜਲ ਗ੍ਰਹਿਣ ਕਰਦਾ। ਤਦੋਂ ਦੁਰਭਾਸ਼ਾ ਰਿਖੀ ਨੇ ਆਖਿਆ ਕਿ ਮੈਂ ਇਸ਼ਨਾਨ ਕਰਕੇ ਆਉਂਦਾ ਹਾਂ। ਇਹ ਕਹਿ ਕੇ ਰਿਖੀ ਇਸ਼ਨਾਨ ਕਰਨ ਲਈ ਬਾਹਰ ਨਦੀ 'ਤੇ ਚਲਾ ਗਿਆ। ਮੇਰੇ ਵਰਗਿਆਂ ਨੂੰ ਉਹ ਭਾਵੇਂ ਭੁੱਖੇ ਮਰਦੇ, ਰੋਟੀ ਨਾ ਕੋਈ ਪੁੱਛੇ, ਜਦ ਕੋਈ ਪੁੱਛੇ ਤੇ ਖੋਤੇ ਵਰਗੀ ਆਕੜ ਕਰਦੇ ਨੇ, ਮਾਫ ਕਰਨਾ, ਇਹਦੇ ਚਾਹ ਨਹੀਂ ਹੈ, ਇਹਦੇ ਚਾਹ ਨਹੀਂ ਹੈ, ਇੰਝ ਕਿਉਂ ਨਹੀਂ ਬਣਾਇਆ, ਉਂਝ ਕਿਉਂ ਨਹੀਂ ਬਣਾਇਆ, ਲੇਟ ਕਿਉਂ ਹੋ ਗਏ, ਪਹਿਲਾਂ ਕਿਉਂ ਦੇ ਦਿੱਤਾ। ਇਹ ਉਹ 100 ਨਿਕਸਬਨੀਆਂ ਕਰਨਗੇ, ਉਹ ਭਾਵੇਂ ਭੁੱਖੇ ਮਰਦੇ ਰਹਿਣ। ਤਾਂ ਇਸ ਤਰ੍ਹਾਂ ਇਹਨੇ ਹੰਕਾਰ ਕੀਤਾ। ਉਹ ਸੀ ਵਿਚਾਰਾ ਸ਼ਰਧਾਲੂ, ਪਿਆਰ ਵਾਲਾ, ਰੱਬ ਦਾ ਭਗਤ, ਵੱਲ ਤੇ ਛਲ ਤੋਂ ਰਹਿਤ। ਤੇ ਪਰ ਆਪ ਦੀ ਪੂਜਾ ਕਰਾਉਣ ਖਾਤਰ ਵੀ ਮੈਂ ਵੇਖਦਾ ਭਲਾ ਕਿੰਨਾ ਕੁ ਇਹ ਸਿਦਕ ਦਾ ਪੱਕਾ ਹੈ, ਜਾਣ ਬੁੱਝ ਕੇ ਉਹਨੇ ਦੇਰ ਲਗਾਈ। ਤੇ ਅੰਦਰੋਂ ਅੰਦਰ ਸੋਚੀ ਗਿਆ ਕਿ ਜੇਕਰ ਰਾਜੇ ਨੇ ਮੇਰੇ ਜਾਣ ਤੋਂ ਪਹਿਲਾਂ ਵਰਤ ਖੋਲ੍ਹ ਲਿਆ ਤਾਂ ਮੈਨੂੰ ਸ਼ਰਾਪ ਦੇ ਦੇਵਾਂਗਾ, ਤੇ ਜੇਕਰ ਇਹਨੇ ਵਰਤ ਨਾ ਖੋਲ੍ਹਿਆ ਤਾਂ ਇਸ ਦਾ ਪਿਛਲਾ ਨਿਯਮ ਭੰਗ ਹੋ ਜਾਵੇਗਾ। ਉਹ ਜਾਣ ਕੇ ਡੁਬਕੀਆਂ ਲਾਈ ਜਾਏ, ਮਲੀ ਜਾਏ ਆਪਣੇ ਆਪ ਨੂੰ, ਕਿਉਂਕਿ ਦੁਆਦਸ਼ੀ ਲੱਗਣ 'ਚ ਥੋੜ੍ਹਾ ਸਮਾਂ ਹੀ ਰਹਿ ਗਿਆ ਸੀ, ਲੇਟ ਹੋ ਹੀ ਗਿਆ। ਇੱਧਰ ਰਾਜੇ ਅੰਬਰੀਕ ਨੇ ਬਹੁਤ ਚਿਰ ਉਡੀਕ ਕੀਤੀ ਪਰ ਰਿਖੀ ਨਾ ਆਇਆ। ਤਦੋਂ ਰਾਜੇ ਨੇ ਰਾਜ ਪੁਰੋਹਿਤਾਂ ਨੂੰ ਬੁਲਾ ਕੇ ਵਰਤ ਦੇ ਨਿਯਮ ਪੁੱਛੇ। ਤਦੋਂ ਪੰਡਤਾਂ ਨੇ ਸੋਚ ਵਿਚਾਰ ਕੇ ਕਿਹਾ ਕਿ ਇਹ ਰਾਜਨ, ਤੁਸੀਂ ਅੰਨ ਦੀ ਜਗ੍ਹਾ ਜਲ ਨਾਲ ਆਪਣਾ ਵਰਤ ਖੋਲ੍ਹ ਸਕਦੇ ਹੋ, ਕਿਉਂਕਿ ਜਲ ਅੰਨ ਵੀ ਹੈ ਤੇ ਨਹੀਂ ਵੀ ਹੈ। ਇਹ ਗੱਲ ਸੁਣ ਕੇ ਰਾਜੇ ਅੰਬਰੀਕ ਨੇ ਠਾਕੁਰਾਂ ਦੇ ਚਰਨਾਂ ਦਾ ਜਲ ਲੈ ਕੇ ਵਰਤ ਖੋਲ੍ਹ ਲਿਆ। ਇਤਨੇ 'ਚ ਇਹਨੂੰ ਦੁਰਭਾਸ਼ਾ ਰਿਖੀ ਵੀ ਆ ਗਿਆ ਤੇ ਭੁੜਕ ਡੰਡਿਓਂ ਪਾਰ ਅੱਗ ਬਬੂਲਾ ਹੋ ਗਿਆ ਕਿ ਰਾਜੇ ਨੇ ਮੇਰੇ ਤੋਂ ਬਗੈਰ ਵਰਤ ਖੋਲ੍ਹਿਆ ਤੇ ਖੋਲ੍ਹਿਆ ਕਿਉਂ। ਬੜਾ ਕ੍ਰੋਧ ਕੀਤਾ। ਆਖਿਆ ਰਾਜਨ, ਤੂੰ ਹੰਕਾਰੀ ਹੋ ਗਿਆ ਓਏ, ਜੋ ਮੇਰੇ ਵਰਗੇ ਕਿਸੇ ਅਤਿਥੀ ਨੂੰ ਭੋਜਨ ਖਵਾਈ ਬਿਨਾਂ ਹੀ ਵਰਤ ਖੋਲ੍ਹ ਲਿਆ ਹੈ। ਇਸ ਲਈ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ। ਤਦੋਂ ਰਾਜਾ ਕਹਿਣ ਲੱਗਾ, ਹੇ ਰਿਖੀਵਰ, ਮੈਂ ਤਾਂ ਪਹਿਲਾਂ ਹੀ ਗੁਨਾਹਾਂ ਦਾ ਭਰਿਆ ਹੋਇਆ, ਮਰੇ ਨੂੰ ਕੀ ਮਾਰਨਾ ਜੀ,
ਮੈਂ ਤਾਂ ਪਹਿਲਾਂ ਹੀ ਮਰਿਆ ਹੋਇਆ, ਤੁਸੀਂ ਮੈਨੂੰ ਮੁਆਫ ਕਰ ਦਿਓ। ਪਰ ਰਿਖੀ ਕ੍ਰੋਧ ਵਿੱਚ ਆ ਕੇ ਜਦੋਂ ਸ਼ਰਾਪ ਦੇਣ ਲੱਗਾ, ਤਦੋਂ ਭਗਵਾਨ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਰਿਖੀ ਦੇ ਆਲੇ ਦੁਆਲੇ ਅੱਗ ਦੀ ਲਾਟ ਵਾਂਗ ਘੁੰਮਣ ਲੱਗਾ। ਦੁਰਵਾਸਾ ਰਿਖੀ ਡਰਦਾ ਹੋਇਆ ਉੱਥੋਂ ਭੱਜ ਤੁਰਿਆ, ਤੇ ਜਿੱਥੇ ਵੀ ਜਾਵੇ ਉਹ ਸੁਦਰਸ਼ਨ ਚੱਕਰ ਉਹਦੇ ਮਗਰ ਮਗਰ ਆਈ ਜਾਵੇ। ਤਦੋਂ ਭੱਜਦਾ ਹੋਇਆ ਬ੍ਰਹਮਾ ਦੇ ਕੋਲ ਗਿਆ। ਉਹਨੇ ਕਿਹਾ, ਮੇਰੇ ਹੱਥ ਜੋੜੇ, ਇਹ ਬਲਾ ਤੂੰ ਮੇਰੇ ਗਲ ਨਾ ਪਾ, ਆਪਦੀ ਆਪਣੇ ਕੋਲ ਰੱਖ। ਜਿਹੜਾ ਤੇਰੀ ਮੱਤ ਕਰੂਗਾ ਉਹਦਾ ਵੀ ਗਲਾ ਵੱਢੂਗਾ, ਇੱਥੋਂ ਨਿਕਲ ਜਾ। ਦੇਵਤਿਆਂ ਨੇ ਬ੍ਰਹਮਾ ਪਾਸ ਭੇਜਿਆ ਤੇ ਬ੍ਰਹਮਾ ਨੇ ਗਾਂਹ ਕੱਢ ਦਿੱਤਾ। ਆਖਿਆ ਵੀ ਸਾਧੂ ਮਹਾਤਮਾ ਦੀ ਨਿੰਦਿਆ ਦੁੱਖ ਦੇਣ ਵਾਲੀ ਨੂੰ ਨਹੀਂ ਮੈਂ ਰੱਖ ਸਕਦਾ, ਤੂੰ ਗਾਂਹ ਸ਼ਿਵ ਜੀ ਕੋਲ ਚਲਿਆ ਜਾ ਜੇ ਤੈਨੂੰ ਬਚਾ ਸਕਦਾ। ਫਿਰ ਸ਼ਿਵ ਜੀ ਕੋਲ ਗਿਆ, ਉਹਨੇ ਵੀ ਤ੍ਰਿਸ਼ੂਲ ਵਿਖਾ ਲਿਆ ਕਿ ਆਹ ਵੇਖ ਲਾ, ਮੈਂ ਸਗੋਂ ਤੇਰੇ ਢਿੱਡ 'ਚ ਮਾਰੂੰਗਾ ਜੇ ਤੈਨੂੰ ਇਹਦੇ ਤੋਂ ਕਿਸੇ ਨੇ ਬਚਾਤਾ। ਮੈਂ ਨਹੀਂ ਸੰਤਾਂ ਦੇ ਨਿੰਦਕ ਨੂੰ ਰੱਖਦਾ, ਇਹ ਬਲਾ ਤੂੰ ਹੁਣ ਮੇਰੇ ਗਲ ਪਾਏਗਾ, ਇੱਥੋਂ ਨਿਕਲ ਜਾ। ਫਿਰ ਜਿਹਦਾ ਸੁਦਰਸ਼ਨ ਚੱਕਰ ਸੀ ਵਿਸ਼ਨੂੰ ਭਗਵਾਨ ਦੇ ਕੋਲ ਗਿਆ, ਤਾਂ ਵਿਸ਼ਨੂੰ ਨੇ ਆਖਿਆ, ਭਾਈ ਗੁਰਮੁਖਾ, ਗੱਲ ਇਸ ਤਰ੍ਹਾਂ ਹੈ, ਜਿਸ ਦੀ ਤੂੰ ਨਿੰਦਿਆ ਕੀਤੀ ਹੈ, ਮਾੜਾ ਕਿਹਾ ਹੈ, ਬੁਰਾ ਭਲਾ ਕਿਹਾ, ਉਹਦਾ ਦਿਲ ਦੁਖਾਇਆ, ਉਹਦੀ ਅਰਦਾਸ ਬੇਨਤੀ ਵੀ ਉਹ ਮੰਨ ਕੇ ਮੁਆਫ ਨਹੀਂ ਕੀਤਾ, ਹੁਣ ਤੂੰ ਉਹਦੇ ਜਾ ਕੇ ਪੈਰ ਫੜ ਲਾ। ਇਹ ਸੁਦਰਸ਼ਨ ਚੱਕਰ ਦੇ ਕੋਲੋਂ ਮੈਂ ਵੀ ਤੈਨੂੰ ਨਹੀਂ ਬਚਾ ਸਕਦਾ, ਕਿਉਂਕਿ ਇਹ ਮੇਰਾ ਹੀ ਉੱਥੇ ਕਾਇਮ ਕੀਤਾ ਹੋਇਆ। ਇਹਨੂੰ ਹੁਕਮ ਹੈ ਕਿ ਜਿਹੜਾ ਵੀ ਭਗਤ ਨੂੰ ਦੁੱਖ ਦੇਵੇਗਾ ਇਹ ਉਹਦੀ ਰੱਖਿਆ ਵਾਸਤੇ ਹਾਜ਼ਰ ਹੋਵੇਗਾ। ਇਸ ਲਈ ਰੱਬ ਦੇ ਘਰ ਦਾ ਨਿਯਮ ਹੈ ਕਿ ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸਕਾ ਪਤਨ ਹੋਏ, ਨਾਨਕ ਸੰਤ ਭਾਵੈ ਤਾਂ ਲਏ ਮਿਲਾਏ। ਜਿਹਦੀ ਨਿੰਦਿਆ ਹੋਈ ਹੈ ਜਾਂ ਜਿਹਨੂੰ ਦੁੱਖ ਮਿਲਿਆ ਹੈ, ਜੇ ਉਹਨੂੰ ਭਾਵੇ ਤਾਂ ਉਹੀ ਬਖਸ਼ ਸਕਦਾ ਹੈ। ਫਿਰ ਇਹ ਰਾਜੇ ਅਮਰੀਕ ਦੀ ਸ਼ਰਨ ਵਿੱਚ ਆ ਕੇ ਪਿਆ ਤਾਂ ਉਹਦਾ ਬਚਾਅ ਹੋਇਆ, ਮਾਰੀ ਦਾ ਅਮਰੀਕ ਛੁਡਾਇਆ। ਇਸ ਪ੍ਰਕਾਰ ਪ੍ਰਭੂ ਨੇ ਰਾਜੇ ਨੂੰ ਦੁਰਵਾਸ਼ੇ ਦੇ ਸ਼ਰਾਪ ਤੋਂ ਨਿਰਭੈਤਾ ਬਖਸ਼ਿਸ਼ ਕੀਤੀ। ਅਮਰੀਕੋ ਦਿਓ ਪੈ ਪਦ ਅਤੇ ਰਾਜ ਭਪੀਖਣ ਅਧ ਕਰਿਓ। ਇਹ ਜਿਹੜਾ ਭਪੀਖਣ ਸੀ ਇਹ ਰਾਵਣ ਦਾ ਭਰਾ ਸੀ। ਜਦ ਰਾਵਣ ਬੜੇ ਹੰਕਾਰ ਵਿੱਚ ਬੋਲ ਰਿਹਾ ਸੀ ਤਾਂ ਭਪੀਖਣ ਨੇ ਆਖਿਆ, ਕਹਿਣ ਲੱਗਾ, ਹੇ ਭਰਾ ਜੀ, ਉਹ ਭਗਵਾਨ ਤੇ ਤੂੰ ਇਨਸਾਨ ਹੈ, ਤੂੰ ਉਹਦਾ ਮੁਕਾਬਲਾ ਕਰਨਾ ਛੱਡ ਦੇ, ਕਿਉਂਕਿ ਮਾਰਿਆ ਜਾਵੇਗਾ। ਜਿੰਨਾ ਮਰਜ਼ੀ ਤੂੰ ਰਾਜਾ ਹੈ, ਪਰ ਭਗਵਾਨ ਨਾਲ ਮੱਥਾ ਨਹੀਂ ਲਾਈਦਾ। ਉਹਦੇ ਪੈਰ ਫੜ ਲਾ, ਤੂੰ ਮੁਕਾਬਲਾ ਨਹੀਂ ਕਰ ਸਕਦਾ। ਰਾਮ ਨੇ ਆਖਿਆ, ਹੈ ਤੂੰ ਮੇਰਾ ਭਰਾ ਹੋ ਕੇ ਤੇ ਮੇਰੇ ਸਾਹਮਣੇ ਉਸ ਟੁੱਟੇ ਜਿਹੇ ਫਕੀਰ ਦੀ ਮੰਗਤੇ ਦੀ ਉਸਤਤੀ ਕਰ ਰਿਹਾ? ਦੱਸਦਾ ਮੈਂ ਤੈਨੂੰ, ਠੁੱਡ ਮਾਰੇ ਬੂਟਾਂ ਸਮੇਤ ਤੇ ਲਹੂ ਲੁਹਾਣ ਕਰ ਸੁੱਟਿਆ, ਧੱਕੇ ਮਾਰ ਕੇ ਰਾਜ ਤੋਂ ਬਾਹਰ ਕੱਢ ਦਿੱਤਾ। ਫਿਰ ਰਾਮ ਜੀ ਨੂੰ ਭਪੀਖਣ ਨੇ ਭੇਦ ਦਿੱਤਾ ਕਿ ਇੰਝ ਨਹੀਂ ਮਰੇਗਾ, ਇਹਦੀ ਧੁੰਨੀ ਦੇ ਵਿੱਚ ਦੇਵਤਿਆਂ ਦਾ ਅੰਮ੍ਰਿਤ ਹੈ, ਤੁਸੀਂ ਅਗਨ ਬਾਣ ਮਾਰ ਕੇ ਅੰਮ੍ਰਿਤ ਛਕਾਓਗੇ, ਫਿਰ ਇਹਦੀ ਮੌਤ ਹੋਵੇਗੀ। ਉਹਦੇ ਭੇਤ ਦੇਣ ਤੋਂ ਰਾਮ ਜੀ ਬੜੇ ਪ੍ਰਸੰਨ ਹੋਏ। ਸੋ ਗੁਰਮੁਖ ਭੇਦ ਭਪੀਖਣ ਪਰਚਾਇਨ, ਇਸ ਤਰ੍ਹਾਂ ਮਹਾਰਾਜ ਨੇ ਦੱਖਣੀ ਓਂਕਾਰ ਦੇ ਵਿੱਚ ਭੇਦ ਭਪੀਖਣ ਗੁਰਮੁਖ ਪਰਚਾਇਨ। ਰਾਮਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਦੇ ਵਿੱਚ ਭਪੀਖਣ ਨੂੰ ਗੁਰਮੁਖ ਲਿਖਿਆ ਹੈ। ਭੇਦ ਭਪੀਖਣ ਗੁਰਮੁਖ ਪਰਚਾਇਨ। ਜਿਹਨੇ ਰਾਮ ਜੀ ਨੂੰ ਭੇਦ ਦੇ ਕੇ ਤੇ ਯੁੱਧ ਜਿਤਾਇਆ ਸੀ, ਉਹ ਭਪੀਖਣ ਗੁਰਮੁਖ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਰਾਜ ਮਿਲਿਆ। ਸੋ ਰਾਮਚੰਦਰ ਜੀ ਦੀ ਸ਼ਰਨ ਵਿੱਚ ਆਇਆ। ਇਹ ਜਦੋਂ ਘਰੋਂ ਚੱਲਿਆ ਤਾਂ ਚੱਲਣ ਲੱਗਿਆ ਹੀ ਮਨ ਵਿੱਚ ਇਹਨੇ ਸੰਕਲਪ ਕੀਤਾ ਕਿ ਭਗਵਾਨ ਰਾਮਚੰਦਰ ਨੇ ਲੰਕਾ ਤਾਂ ਜਿੱਤ ਹੀ ਲੈਣੀ ਹੈ, ਕਿਉਂ ਨਾ ਬਾਅਦ ਵਿੱਚ ਰਾਜ ਹੀ ਮੈਨੂੰ ਦੇ ਦੇਣ।
ਕਿਉਂਕਿ ਜਿਹੜੇ ਸੰਤ ਭਗਤ ਫਕੀਰ ਹੁੰਦੇ ਨੇ ਉਹ ਤਾਂ ਮੋਹ ਨਹੀਂ ਕਰਦੇ। ਜਿਸ ਸਮੇਂ ਆ ਕੇ ਰਾਮਚੰਦਰ ਜੀ ਦੇ ਦਰਸ਼ਨ ਕੀਤੇ ਤਾਂ ਰਾਜ ਆਦਿਕ ਦੀ ਇਹਦੀ ਸਾਰੀ ਭੁੱਖ ਭਾਵੇਂ ਲੈ ਗਈ ਸੀ, ਪਰ ਜਦੋਂ ਕੋਲ ਆਇਆ ਤਾਂ ਇਹਦੇ ਘਰੋਂ ਚੱਲੇ ਫੁਰਨੇ ਮੁਤਾਬਕ ਰਾਮਚੰਦਰ ਜੀ ਨੇ ਉਹਦੇ ਵਰ ਦਿੱਤਾ ਕਿ ਆਓ ਲੰਕੇਸ਼ ਭਾਵ ਲੰਕਾ ਦੇ ਰਾਜੇ ਭਪੀਖਨ ਆਓ ਜੀ ਆਇਆਂ ਨੂੰ। ਉਸ ਵੇਲੇ ਭਪੀਖਨ ਨੇ ਕਿਹਾ ਕਿ ਹੇ ਰਾਮ ਜੀ, ਮੇਰੇ ਅੰਦਰ ਰਾਜ ਦੀ ਕੋਈ ਇੱਛਾ ਨਹੀਂ ਰਹੀ। ਤਾਂ ਰਾਮ ਜੀ ਨੇ ਕਿਹਾ ਕਿ ਘਰੋਂ ਤੁਰਨ ਵੇਲੇ ਤਾਂ ਸੀ ਆਸਾ ਨੇ ਲੰਕਾ ਦਾ ਰਾਜ ਤੈਨੂੰ ਹੀ ਦੇ ਦੇਣਾ, ਮੈਂ ਕੀ ਕਰਨੀ ਲੰਕਾ, ਤੇ ਤੂੰ ਚਿਰੰਜੀਵੀ ਹੋ ਕੇ ਜੁਗਾਂ ਤੱਕ ਰਾਜ ਕਰੇਗਾ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਲੰਕਾ ਗਏ ਸੀਗੇ, ਉੱਥੇ ਮਹਾਰਾਜ ਨੂੰ ਭਪੀਖਨ ਮਿਲਿਆ ਸੀਗਾ ਤੇ ਹਨੂਮਾਨ ਵੀ ਮਿਲਿਆ ਸੀ। ਜੇ ਆਪਾਂ ਸ਼ੰਕਾ ਕਰੀਏ ਵੀ ਇਹ ਤਾਂ ਤ੍ਰੇਤੇ ਯੁੱਗ ਦੀ ਕਹਾਣੀ ਹੈ ਤੇ ਕਲਯੁਗ ਤੱਕ ਕਿਵੇਂ ਜਿਉਂਦੇ ਰਹੇ। ਸਾਧ ਸੰਗਤ ਜੀ, ਉਹ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨਾ ਖਾਤੇ। ਜਿਹੜੇ ਸੰਤ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ, ਉਹ ਕਦੀ ਮਰਦੇ ਨਹੀਂ ਹਨ। ਉਹਨਾਂ ਦੀ ਆਤਮਾ ਖਾਸ ਕਰਕੇ ਜਿੱਥੇ ਚੜ੍ਹਾਈ ਕੀਤੀ ਹੁਣ ਹਮੇਸ਼ਾ ਜਿਉਂਦੀ ਰਹਿੰਦੀ ਹੈ ਤੇ ਹਾਜ਼ਰ ਹੁੰਦੀ ਹੈ। ਉਹਨਾਂ ਦੀ ਆਤਮਾ ਮਿਲੀ ਹੋਊਗੀ, ਭਗਤੀ ਦੇ ਵਿੱਚ ਉਹ ਲੀਨ ਸੀਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਦੇ ਵੀ ਸ਼ਹੀਦ ਸਿੰਘ ਕਹਿੰਦੇ ਅੱਜ ਤੱਕ ਉਸੇ ਤਰ੍ਹਾਂ ਹੀ ਮੌਜੂਦ ਨੇ, ਕਿਉਂਕਿ ਸ਼ਹੀਦਾਂ ਦਾ ਕੋਈ ਦੇਸ਼ ਕਾਲ ਨਹੀਂ ਹੁੰਦਾ, ਕੋਈ ਉਹਨਾਂ ਲਈ ਨਰਕ ਨਹੀਂ, ਕੋਈ ਸਵਰਗ ਨਹੀਂ, ਕੋਈ ਸੱਚਖੰਡ ਵੀ ਨਹੀਂ। ਮਹਾਰਾਜ ਦੇ ਗੋਡੇ ਕੋਲ ਬਹਿ ਕੇ ਕੀ ਕਰਨਾ? ਮਹਾਰਾਜ ਕਹਿੰਦਾ ਜਾਓ ਭਾਈ, ਇੱਥੇ ਬੈਠੇ ਹੋ, ਬੈਠੇ ਕੀ ਕਰਨਾ, ਜਾਓ ਜਾ ਕੇ ਲੰਗਰ ਪਕਾਓ, ਲੰਗਰ ਵਰਤਾਓ। ਸੇਵਾ ਕਰਾਉਂਦਾ ਹੀ ਆ ਗੁਰੂ ਸਾਹਿਬ, ਜਾ ਕੇ ਇਮਾਰਤ ਬਣਾਓ। ਇੰਨੀਆਂ ਸੇਵਾਵਾਂ ਨੇ, ਚਲੋ ਜਾ ਕੇ ਸੇਵਾ ਕਰੋ। ਇਹ ਮਹਾਰਾਜ ਉਹਨਾਂ ਨੂੰ ਤੋਰੀ ਰੱਖਦਾ। ਇਹ ਸ਼ਹੀਦ ਕਿਤੇ ਇੱਕ ਦੇਸ਼ੀ ਨਹੀਂ ਹੁੰਦੇ, ਉਹ ਹਮੇਸ਼ਾ ਹਾਜ਼ਰ ਨਾਜ਼ਰ ਨੇ, ਹਮੇਸ਼ਾ ਜਿਉਂਦੇ ਨੇ, ਜਿੱਥੇ ਚਾਹੁਣ ਜਾ ਸਕਦੇ ਆ ਸਕਦੇ। ਸਵਰਗਾਂ ਦਾ ਤਾਂ ਪ੍ਰਬੰਧ ਹੀ ਉਹਨਾਂ ਦੇ ਕੋਲ ਹੈ। ਕਹਿੰਦੇ ਦੁਨੀਆ ਦੀ ਤਾਂ ਕੀ ਗੱਲ ਕਰਨੀ। ਸੰਤਨ ਹੱਥ ਰਾਖੀ ਕੂੰਜੀ। ਜੇ ਮੈਂ ਝੂਠ ਬੋਲਿਆ ਤੇ ਦੱਸੋ, ਸੰਤ ਕਿਹਨੂੰ ਕਹੋਗੇ? ਕੱਲਾ ਮਾੜਾ ਫਿਰਨ ਵਾਲਾ ਨਹੀਂ, ਮਹਾਰਾਜ ਨੇ ਸਿਪਾਹੀ ਵੀ ਨਾਲ ਬਣਾਇਆ। ਸ਼ਹੀਦ ਸਿੰਘ ਹੀ ਸੰਤ ਨੇ। ਔਰ ਵਾਹਿਗੁਰੂ ਨੇ ਆਪਦੇ ਘਰ ਦੀਆਂ ਖਜ਼ਾਨੇ ਦੀਆਂ ਲੰਗਰ ਦੀਆਂ ਕੁੰਜੀਆਂ, ਅਸੀਂ ਤਾਂ ਐਵੇਂ ਹੀ ਮਾਣ ਕਰੀ ਜਾਂਦੇ ਹਾਂ ਵੀ ਆਪਾਂ ਸੇਵਾਦਾਰ, ਅਸਲ 'ਚ ਕੁੰਜੀਆਂ ਸ਼ਹੀਦਾਂ ਦੇ ਕੋਲ ਨੇ। ਪ੍ਰਬੰਧ ਉਹਨਾਂ ਦੇ ਹੱਥ ਹੈ, ਤਾਈਓ ਤਾਂ ਘਟਦਾ ਨਹੀਂ। ਤੋੜ ਨਾ ਆਵੇ ਵੱਧ ਹੋ ਜਾਈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਵੀ ਇਸੇ ਤਰ੍ਹਾਂ ਦੀ ਸਾਖੀ ਹੈ ਭਪੀਖਨ ਵਰਗੀ। ਲੱਲਾ ਬੇਗ ਦੇ ਕੋਲ ਉਹਨੇ ਗੁਰੂ ਹਰਗੋਬਿੰਦ ਸਾਹਿਬ ਦੀ ਉਸਤਤੀ ਕੀਤੀ ਸੀ, ਕਿਉਂਕਿ ਪਹਿਲਾਂ CID ਲੈਣ ਆਇਆ ਤੇ ਸਿੰਘਾਂ ਨੇ ਪਹਿਚਾਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕੀਤਾ। ਮਹਾਰਾਜ ਇਹਨੂੰ ਮਾਰ ਕੱਤੀਏ। ਮਹਾਰਾਜ ਕਹਿੰਦੇ ਨਹੀਂ ਭਾਈ, ਭਾਵੇਂ CID ਲਾਈ ਹੈ ਇਹਨੇ, ਆਪਣਾ ਕੀ ਵਿਗਾੜ ਲਊਗਾ, ਦੱਸ ਕੀ ਦੱਸੇਗਾ? ਕਹਿੰਦਾ ਜੀ ਜੋ ਵੇਖਿਆ ਆਪਦੀ ਫੌਜ ਦਾ ਉਤਸ਼ਾਹ ਹੀ ਮੈਂ ਜਾ ਕੇ ਦੱਸੋ। ਕਹਿੰਦੇ ਜਾ ਫਿਰ ਸੱਚ ਦੱਸ ਦੇ, ਜਾ ਤੈਨੂੰ ਛੱਡਿਆ। ਉਹ ਇੰਨਾ ਪ੍ਰਭਾਵਿਤ ਹੋਇਆ, ਕਿਆ ਸ਼ਸ਼ਕਰ ਉੱਠਿਆ ਕਿ ਸੱਚਮੁੱਚ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੂਰਮਾ ਹੈ। ਇੱਕ ਵਾਲ ਵੀ ਬਾਂਕਾ ਨਹੀਂ ਕੀਤਾ, ਹੱਥ ਵੀ ਨਹੀਂ ਲਾਇਆ ਉਹਨੂੰ। ਕਹਿੰਦੇ ਜਾ ਤੈਨੂੰ ਛੱਡਦੇ ਆ, ਸੱਚ ਬੋਲਦੇ। ਜਦ ਲੱਲਾ ਬੇਗ ਨੂੰ ਆਖਿਆ ਕਿ ਲੱਲਾ ਬੇਗ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਜਿੱਤ ਨਹੀਂ ਸਕੇਗਾ, ਕਿਉਂਕਿ ਉਹਨਾਂ ਦੀ ਫੌਜ ਦਾ ਜਕਾਰੇ ਛੱਡਦੀ ਉਤਸ਼ਾਹ ਵਾਲੀ ਹੈ, ਤੇਰੀ ਫੌਜ ਠੰਡ ਨਾਲ ਠਰੂ ਠਰੂ ਕਰ ਰਹੀ ਹੈ। ਇਹਨਾਂ ਨੂੰ ਖਾਣ ਲਈ ਤੂੰ ਰੋਟੀ ਨਹੀਂ ਦਿੱਤੀ, ਆਪ ਇਹਨਾਂ ਕਬਾਬ ਭੁੰਨ ਭੁੰਨ ਖਾ ਲਏ, ਸ਼ਰਾਬਾਂ ਪੀ ਕੇ ਗਰਮ ਹੋ ਗਏ, ਅੱਗ ਸੇਕ ਸੇਕ ਕੇ ਫੌਜ ਸਾਰੀ ਠਰੂ ਠਰੂ ਕਰ ਰਹੀ ਹੈ, ਤੇ ਮੇਰੇ ਹੱਥ ਜੋੜੇ ਤੂੰ ਜੰਗ ਨਾ ਕਰ, ਮਾਰਿਆ ਜਾਏਗਾ। ਐਵੇਂ ਵਿਚਾਰੀ ਫੌਜ ਨੂੰ ਵੀ ਮਰਵਾਏਗਾ। ਲੱਲਾ ਬੇਗ ਨੇ ਹੰਕਾਰ ਵਿੱਚ ਆ ਕੇ ਇਹਦੇ ਠੁੱਡੇ ਮਾਰੇ, ਇਹਦੇ ਨੱਕ ਤੇ ਮੂੰਹ ਤੇ ਬੂਟ ਮਾਰ ਕੇ ਇਹਨੂੰ ਜ਼ਖਮੀ ਕਰ ਦਿੱਤਾ। ਇਹ ਵਿਚਾਰਾ
ਗੁਰੂ ਹਰਗੋਬਿੰਦ ਸਾਹਿਬ ਦੇ ਆ ਕੇ ਪੈਰੀ ਪਿਆ। ਸ੍ਰੀ ਗੁਰਪ੍ਰਤਾਪ ਦਾ ਸੂਰਜ ਗ੍ਰੰਥ ਦਾ ਕਰਤਾ ਕਵੀ ਸੰਤੋਖ ਸਿੰਘ ਜੀ ਲਿਖਦਾ ਕਿ ਹਸਨ ਖਾਂ ਦੂਤ ਨੇ ਮਹਾਰਾਜ ਨੂੰ ਇੱਕੋ ਵਾਰ ਆ ਕੇ ਆਖਿਆ, ਇਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਹਾਂ। ਉਹ ਕਹਿੰਦਾ ਵੀ ਜਿਹੜਾ ਇੱਕ ਵਾਰ ਵੀ ਕਹਿ ਦੇ ਵੀ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਹਾਂ, ਇੱਥੋਂ ਦੀ ਤਾਂ ਕਿ ਮਹਾਰਾਜ ਜਮਾਂ ਦੀ ਮਾਰ ਵੀ ਨਹੀਂ ਪੈਣ ਦਿੰਦੇ। ਜਮ ਤੇ ਰਾਖੈ ਦੇ ਕਰ ਹਾਥ, ਮਾਨਸ ਕੀ ਕਹੋ ਕੇਤਕ ਬਾਤ, ਜਮ ਤੇ ਰਾਖੈ ਦੇ ਕਰ ਹਾਥ। ਜਮਾਂ ਤੋਂ ਵੀ ਉਹਨੂੰ ਹੱਥ ਦੇ ਕੇ ਰੱਖਦੇ ਨੇ। ਕਹਿੰਦੇ ਸ਼ਾਬਾਸ਼ ਭਾਈ, ਜਿਉ ਆਇਆ ਲੋ, ਤੂੰ ਬਸ ਮੇਰੇ ਲਾਗੇ ਖੜ ਜਾ। ਜਿੰਨੇ ਤੇਰੇ ਮੂੰਹ ਤੇ ਠੁੱਡੇ ਮਾਰੇ ਨੇ, ਬਸ ਇੱਕ ਵਾਰ ਮੈਨੂੰ ਉਹਦੀ ਸ਼ਕਲ ਦਿਖਾ ਦੇ। ਜੰਗ ਦੇ ਵਿੱਚ ਬੋਲਣਾ ਕੁਛ ਨਹੀਂ, ਕਰਨਾ ਕੁਛ ਨਹੀਂ, ਕਰੂੰਗਾ ਮੈਂ, ਤੇਰਾ ਬਦਲਾ ਮੈਂ ਲਊਂਗਾ। ਸਿਰਫ ਉਂਗਲ ਦਾ ਇਸ਼ਾਰਾ ਕਰਕੇ ਦੱਸਣਾ ਵੀ ਆਓ ਲਲਾ ਬੇਗ ਹੈ, ਬਾਕੀ ਮੈਂ ਜਾਣਾ, ਮੇਰਾ ਕੰਮ ਜਾਣੇ, ਤੇ ਤੂੰ ਮੇਰੇ ਸੱਜੇ ਪਾਸੇ ਰਹਿਣਾ ਹੈ। ਹਸਨ ਖਾਂ ਦੂਤ ਨੂੰ ਗੁਰੂ ਸਾਹਿਬ ਨੇ ਆਪ ਦੇ ਸੱਜੇ ਹੱਥ ਰੱਖਿਆ। ਬੜੇ ਬੜੇ ਵੱਡੇ, ਕੱਲਾ ਕੱਲਾ ਬੱਕਰਾ ਖਾਣ ਵਾਲੇ ਬੜੇ ਬੜੇ ਸੂਰਮੇ, ਬਾਬਾ ਵਿਧੀ ਚੰਦ, ਭਾਈ ਪੁਰਾਣੇ, ਭਾਈ ਜੇਠੇ ਨੇ ਢਾਹ ਸੁੱਟੇ। ਲਲਾ ਬੇਗ ਦਾ ਸ਼ਿਕਾਰ ਮਾਰੇ, ਕਹਿੰਦੇ ਸ਼ੇਰ ਦਾ ਸ਼ਿਕਾਰ ਮੈਂ ਕਰੂੰਗਾ। ਕੁੱਤੇ ਬਿੱਲਿਆਂ ਨੂੰ ਨਹੀਂ ਸੀ ਗੁਰੂ ਜੀ ਪੁੱਛਦੇ, ਮਾੜੇ ਮੋਟੇ ਨਾਲ ਨਹੀਂ ਸੀ ਮੱਥਾ ਲਾਉਂਦੇ। ਕਹਿੰਦੇ ਦੱਸ ਹਸਨ ਖਾਂ? ਕਹਿੰਦਾ ਜੀ ਉਹ ਜਿਹੜਾ ਹਾਥੀ ਤੇ ਚੜਿਆ ਰਿਹਾ ਉਹ ਲਲਾ ਬੇਗ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨੂੰ ਮੰਗਾ ਰਿਹਾ, ਔਰ ਉਹਨੂੰ 2-3 ਵਾਰ ਦੇ ਕੇ, ਮੌਕਾ ਦੇ ਕੇ, ਜਦੋਂ ਭੱਜਣ ਲੱਗਾ ਕਹਿੰਦੇ ਪੁੱਤ ਤੂੰ ਹੁਣ ਭੱਜ ਨਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਦੇ ਖੱਬੇ ਮੋਢੇ ਤੋਂ ਰੱਖ ਕੇ ਤਲਵਾਰ ਦਾ ਇਹੋ ਜਿਹਾ ਵਾਰ ਕੀਤਾ ਕਿ ਸੱਜੇ ਪਾਸੇ ਥਾਣੀ ਪੂਰੀ ਦੀ ਪੂਰੀ ਤਲਵਾਰ ਟੇਢੀ ਫੇਰ ਕਰਕੇ ਉਹਦੇ ਧੜ ਦੇ 2 ਟੋਟੇ ਕਰਕੇ ਉਹਨੂੰ ਧਰਤੀ 'ਤੇ ਸੁੱਟ ਦਿੱਤਾ। ਐਸਾ ਮਹਾਰਾਜ ਨੇ ਬਲ ਵਰਤਿਆ। ਫਿਰ ਹਸਨ ਖਾਂ ਨੂੰ ਆਖਿਆ ਕਿ ਜਾ ਭਾਈ, ਕਾਬਲ ਦਾ ਸੂਬਾ ਹੁਣ ਮਾਰਿਆ ਗਿਆ, ਜਿੰਨੇ ਕੁ 1000 ਕੁ ਬੰਦੇ ਬਚੇ ਨੇ ਇਹਨਾਂ ਨੂੰ ਨਾਲ ਲੈ ਜਾ। ਜੋ ਕੁਛ ਹੋਇਆ ਸਾਰੀ ਵਾਰਤਾ ਸੱਚੀ ਸੱਚੀ ਸ਼ਾਹਜਹਾਨ ਨੂੰ ਦੱਸ ਦੇਈ, ਤੇ ਸ਼ਾਹਜਹਾਨ ਤੇਰੇ 'ਤੇ ਪ੍ਰਸੰਨ ਹੋ ਕੇ ਤੈਨੂੰ ਕਾਬਲ ਦਾ ਸੂਬਾ ਬਣਾ ਕੇ ਭੇਜ ਦੇਵੇਗਾ। ਇਹ ਮਹਾਰਾਜ ਨੇ ਵਰ ਦੇ ਕੇ ਉਹਨੂੰ ਵਾਪਸ ਮੋੜਿਆ। ਸ਼ਾਹਜਹਾਨ ਨੂੰ ਆ ਕੇ ਸਾਰੀ ਸੱਚੀ ਗੱਲ ਦੱਸੀ ਕਿ ਮਹਾਰਾਜ ਲਲਾ ਬੇਗ ਨੇ ਸਹੀ ਨਹੀਂ ਕੀਤਾ, ਫੌਜ ਠੰਡ ਨਾਲ ਠਰੀ ਹੋਈ ਤੇ ਭੁੱਖੀ ਲੜਾ ਦਿੱਤੀ, ਜਿਸ ਕਰਕੇ ਸਾਡੀ ਹਾਰ ਹੋਈ। ਸ਼ਾਹਜਹਾਨ ਨੇ ਨੂੰ ਸਿਆਣਾ ਜਾਣ ਕੇ ਕਾਬਲ ਦਾ ਸੂਬਾ ਬਣਾ ਕੇ ਕਾਬਲ ਨੂੰ ਤੋਰ ਦਿੱਤਾ। ਐਸਾ ਵਾਹਿਗੁਰੂ ਹੈ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਹੈ, ਨਗਤੀਆਂ ਦੀ ਗਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਤਿਰ, ਤੇ ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਐਸਾ ਵਾਹਿਗੁਰੂ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਦਿਨ ਕੈ ਸੰਗ ਸਾਥ। ਤੇ ਵੱਡਿਆਂ ਸਿਓ ਕੈ ਰੀਸ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਾਈਆਂ ਮੇਰਾ, ਮਾਥੈ ਛਤਰ ਧਰੈ, ਚਾਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਟਰੈ, ਨੀਚੇ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਉ ਨਿਦ ਠਾਕੁਰ ਦਈ ਸੁਦਾਮੈ। ਸਵਾਮੀ ਕ੍ਰਿਸ਼ਨ ਜੀ ਨੇ ਸੁਦਾਮੀ ਗਰੀਬ ਨੂੰ 9 ਨਦੀਆਂ ਦੇਣਾ ਕੀਤੀਆਂ। ਧਰੂ ਅਟਲ ਅਜਹੂ ਨਾ ਟਰਿਓ। ਧਰੂ ਭਗਤ ਨੂੰ ਟਲਣ ਤੋਂ ਰਹਿਤ ਪਦਵੀ ਤੇ ਸਥਿਤ ਕੀਤਾ, ਜੋ ਅਜੇ ਤੱਕ ਵੀ ਆਪਣੇ ਅਸਥਾਨ ਤੋਂ ਟਲਿਆ ਨਹੀਂ ਹੈ। 9 ਨਿਧ ਠਾਕੁਰ ਦਈ ਸੁਦਾਮੈ। ਇੱਕ ਸੁਦਾਮੇ ਨਾਮੀ ਬ੍ਰਾਹਮਣ ਸੀ, ਜੋ ਬਚਪਨ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਗੁਰੂ ਸੰਦੀਪਨ ਕੋਲ ਇਕੱਠੇ ਪੜ੍ਹਦੇ ਰਹੇ ਸਨ।
ਜੋ ਬਚਪਨ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਗੁਰੂ ਸੰਦੀਪਨ ਦੇ ਪਾਸ ਇਕੱਠੇ ਪੜ੍ਹਦੇ ਰਹੇ ਸਨ। ਇੱਕ ਦਿਨ ਇਹਨਾਂ ਦੇ ਗੁਰੂ ਸੰਦੀਪਨ ਜੀ ਨੇ ਇਹਨਾਂ ਨੂੰ ਜੰਗਲ ਵਿੱਚੋਂ ਲੱਕੜਾਂ ਲਿਆਉਣ ਲਈ ਕਿਹਾ। ਇਹ ਲੱਕੜਾਂ ਲੈਣ ਲਈ ਚਲੇ ਗਏ। ਸੁਦਾਮੇ ਦੇ ਕੋਲ ਕੁਝ ਭੁੰਨੇ ਹੋਏ ਚੌਲ ਸਨ ਜੋ ਗੁਰੂ ਮਾਤਾ ਨੇ ਦਿੱਤੇ ਸੀ ਕਿ ਭੁੱਖ ਲੱਗੀ ਤੋਂ ਰਲ ਕੇ ਖਾ ਲਿਓ, ਜੋ ਕ੍ਰਿਸ਼ਨ ਜੀ ਤੋਂ ਚੋਰੀ ਚੋਰੀ ਬੁੱਕਲ 'ਚ ਮੂੰਹ ਲੁਕੋ ਕੇ ਖਾਈ ਜਾਂਦਾ ਸੀ। ਕ੍ਰਿਸ਼ਨ ਜੀ ਨੇ ਮੂੰਹ ਹਿਲਾਉਂਦੇ ਨੂੰ ਵੇਖ ਕੇ ਪੁੱਛਿਆ ਕਿ ਕੀ ਗੱਲ ਹੈ ਸੁਦਾਮਾ, ਤੇਰਾ ਮੂੰਹ ਕਿਉਂ ਹਿੱਲੀ ਜਾਂਦਾ? ਤਾਂ ਸੁਦਾਮੇ ਨੇ ਕਿਹਾ ਜੀ ਕੁਝ ਨਹੀਂ, ਪਾਲੇ ਕਰਕੇ ਹਿੱਲਦਾ ਹੈ, ਕਿਉਂਕਿ ਬਾਰਿਸ਼ ਪੈ ਰਹੀ ਸੀ, ਪਾਲਾ ਬਹੁਤਾ ਸੀਗਾ। ਇਹ ਝੂਠ ਬੋਲ ਦਿੱਤਾ। ਤਦੋਂ ਕ੍ਰਿਸ਼ਨ ਜੀ ਨੇ ਸੁਭਾਵਿਕ ਹੀ ਕਹਿ ਦਿੱਤਾ, ਜਾ ਓਏ ਦਲਿਦਰੀਆ, ਕੰਗਲਿਆ, ਗਰੀਬਾ, ਤੂੰ ਥੋੜ੍ਹੇ ਜਿਹੇ ਚੌਲਾਂ ਬਦਲੇ ਝੂਠ ਬੋਲਤਾ। ਇਹ ਸੁਦਾਮਾ ਦਲਿਦਰੀ ਤੇ ਗਰੀਬ ਹੋ ਗਿਆ। ਜਦੋਂ ਵੱਡਾ ਹੋਇਆ ਤਾਂ ਘਰਦਿਆਂ ਨੇ ਇਹਦਾ ਵਿਆਹ ਕਰ ਦਿੱਤਾ। ਘਰ 'ਚ ਗਰੀਬੀ ਕਾਰਨ ਖਾਣ ਨੂੰ ਪਦਾਰਥ ਤਾਂ ਆਪਦੇ ਕੋਲ ਵੀ ਨਹੀਂ ਸੀਗਾ, ਘਰ ਵਾਲੀ ਨੂੰ ਕਿੱਥੋਂ ਖਵਾਉਂਦਾ, ਕੋਈ ਵੀ ਨਾ ਰਿਹਾ। ਇੱਕ ਦਿਨ ਇਹਦੀ ਘਰ ਵਾਲੀ ਨੇ ਇਹਨੂੰ ਕਿਹਾ ਕਿ ਤੂੰ ਹਰ ਰੋਜ਼ ਕਹਿੰਦਾ ਰਹਿੰਦਾ ਕਿ ਕ੍ਰਿਸ਼ਨ ਭਗਵਾਨ ਮੇਰਾ ਬਚਪਨ ਦਾ ਮਿੱਤਰ ਹੈ, ਮੇਰਾ ਮਿੱਤਰ ਹੈ, ਅਤੇ ਤੂੰ ਉਹਦੇ ਕੋਲ ਜਾ ਕੇ ਆਪਣੀ ਸਾਰੀ ਗਰੀਬੀ ਦੂਰ ਕਿਉਂ ਨਹੀਂ ਕਰ ਲੈਂਦਾ? ਉਹ ਰਾਜਾ ਬਣਿਆ ਬੈਠਾ। ਇਹ ਉਹ ਘਰ ਵਾਲੀ ਦਾ ਪ੍ਰੇਰਿਆ ਹੋਇਆ ਇੱਕ ਪੁਰਾਣੇ ਜਿਹੇ ਕੱਪੜੇ 'ਚ ਕੁਝ ਭੁੰਨੇ ਹੋਏ ਚੌਲ ਪਾ ਕੇ ਗਿਣਤੀਆਂ ਗਿਣਦਾ ਤੁਰ ਪਿਆ ਅਤੇ ਮਨ 'ਚ ਸੋਚਦਾ ਕਿ ਭਗਵਾਨ ਨਾਲ ਕਿਵੇਂ ਮਿਲਾਂਗਾ, ਕਿਉਂ ਕਰ ਜਾਏ ਕਿਵੇਂ ਮਿਲਾਏ। ਇਹ ਸੋਚਦਾ ਸੋਚਦਾ ਦੁਆਰਕਾ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਦਰਬਾਰ ਦੇ ਬਾਹਰ ਸਿੰਘ ਪੌੜ ਦੇ ਕੋਲ ਜਾ ਕੇ ਖੜਾ ਹੋ ਗਿਆ। ਸਿੰਘ ਦੁਆਰਾ ਖਲੋਤਾ ਹੈ। ਦੁਆਰਪਾਲਕਾਂ ਨੇ ਅੰਦਰ ਨਾ ਜਾਣ ਦਿੱਤਾ। ਜਦੋਂ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਤਾਂ ਆਪਣਾ ਛੱਡ ਸਿੰਘਾਸਨ ਹਰ ਜੀ ਆਏ। ਸਿੰਘਾਸਨ ਛੱਡ ਕੇ ਨੰਗੇ ਪੈਰੀਂ ਭੱਜੇ ਆਏ। ਸੁਦਾਮੇ ਨੂੰ ਆਪਣੀ ਗੱਲ ਨਾਲ ਲਾਇਆ, ਚਰਨ ਧੋ ਕੇ ਤੇ ਆਪਣੇ ਸਿੰਘਾਸਨ ਉੱਪਰ ਬਿਠਾਉਣਾ ਕੀਤਾ। ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੇ ਵਾਸਤੇ ਕੀ ਲੈ ਕੇ ਆਇਆ? ਉਸ ਵੇਲੇ ਸੁਦਾਮੇ ਨੇ ਫਟੇ ਹੋਏ ਕੱਪੜੇ 'ਚ ਕੁਝ ਭੁੰਨੇ ਹੋਏ ਚੌਲ ਕੱਢੇ। ਕ੍ਰਿਸ਼ਨ ਜੀ ਨੇ ਉਹਦੇ ਦਿੱਤੇ ਚੌਲ ਚੱਬ ਕੇ ਬਿਨਾਂ ਕਹਿਣ ਤੋਂ ਹੀ 4 ਪਦਾਰਥ ਸੱਕ 'ਚ ਪਠਾਏ। ਚਾਰੇ ਪਦਾਰਥ ਉਸਦੇ ਘਰ 'ਚ ਪਹੁੰਚਾ ਦਿੱਤੇ। ਇਉਂ ਹੋਰ ਪਿਆਰ ਭਰੇ ਬਚਨ ਕੀਤੇ। ਫਿਰ ਕ੍ਰਿਸ਼ਨ ਜੀ ਨੇ ਵਿਦਾ ਕਰ ਦਿੱਤਾ। ਰਸਤੇ ਵਿੱਚ ਆਉਂਦਾ ਹੋਇਆ ਸੋਚਦਾ ਹੈ ਕਿ ਇੰਨੇ ਚਿਰ ਬਾਅਦ ਕ੍ਰਿਸ਼ਨ ਜੀ ਨੂੰ ਮਿਲਿਆ, ਫਿਰ ਵੀ ਕੁਝ ਮੰਗ ਨਾ ਸਕਿਆ ਅਤੇ ਉਹਨਾਂ ਨੇ ਕੁਝ ਦਿੱਤਾ ਵੀ ਨਹੀਂ। ਇਉਂ ਵਿਚਾਰਦਾ ਹੋਇਆ ਜਦੋਂ ਆਪਣੇ ਨਗਰ ਪਹੁੰਚਿਆ ਤਾਂ ਟੁੱਟੀ ਹੋਈ ਝੌਂਪੜੀ ਦੀ ਥਾਂ ਸੋਨੇ ਦੇ ਮਹੱਲ ਦੇ ਹੋਰ ਅਨੇਕਾਂ ਪਦਾਰਥ ਦੇਖ ਕੇ ਨਿਹਾਲ ਹੋ ਗਿਆ। ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਉਹਨੂੰ 9 ਨਿੱਧਾਂ ਹੀ ਬਖਸ਼ ਦਿੱਤੀਆਂ ਸਨ। ਇਹ ਸਾਰੀ ਜਿੰਨੀ ਵੀ ਸਟੋਰੀ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਵਾਰ ਦੀ ਛੋਟੀ ਜਿਹੀ ਪੌੜੀ ਦੇ ਵਿੱਚ ਦਰਜ ਕੀਤੀ ਹੈ, ਜਿਹਦੀ ਧਾਰਨਾ ਛੱਡ ਸਿੰਘਾਸਨ ਹਰ ਜੀ ਆਏ। ਸੋ ਸੱਚਖੰਡ ਹਰਿਮੰਦਰ ਸਾਹਿਬ ਦੇ ਰਾਗੀ ਗੁਰਮੁਖ ਪਿਆਰੇ ਬੜੇ ਪਿਆਰ ਦੇ ਨਾਲ ਪੜ੍ਹਦੇ ਹੁੰਦੇ ਸਨ। ਤੋ ਇਸ ਲਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜਾ ਸੁਦਾਮਾ ਸੀਗਾ, 9 ਨਿੱਧ ਠਾਕੁਰ ਦਈ ਸੁਦਾਮਾ। ਠਾਕੁਰ ਵਾਹਿਗੁਰੂ ਅਕਾਲ ਪੁਰਖ ਨੇ ਵੇਖੋ ਸੋ ਕ੍ਰਿਸ਼ਨ ਦੇ ਰੂਪ ਦੇ ਵਿੱਚ ਉਹਨੂੰ 9 ਨਿਧੀਆਂ ਬਖਸ਼ ਦਿੱਤੀਆਂ ਅਤੇ ਭਗਤ ਧਰੋਹ ਅਜੇ ਤੱਕ ਅਟਲ, ਅਜੇ ਤੱਕ ਨਹੀਂ ਟਲਿਆ। ਧਰੋਹ ਅਟਲ ਅਜ ਹੁਣ ਟਰਿਓ। ਭਗਤ ਹੀਤ ਮਾਰਿਓ ਹਰਨਾਖਸ। ਹਰ ਭਗਵਾਨ ਨੇ ਭਗਤਾਂ ਦੇ ਵਾਸਤੇ ਹਰਨਾਖਸ਼ ਨੂੰ ਮਾਰ ਦਿੱਤਾ। ਨਰਸਿੰਘ ਮਨੁੱਖ ਅਤੇ ਸ਼ੇਰ ਦੇ ਰੂਪ ਦਾ ਆਕਾਰ ਹੋ ਗਿਆ। ਨਰ ਸਿੰਘ ਰੂਪ ਹੋਏ ਦੇਹ ਧਰਿਓ। ਧੜ ਸੀ ਬੰਦੇ ਦਾ ਤੇ ਮੂੰਹ ਸੀ ਸ਼ੇਰ ਦਾ। ਇਹੋ ਜਿਹਾ ਸਰੀਰ ਧਾਰਨਾ ਕੀਤਾ।
ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਹਰਨਾਕਸ਼ ਦੈਂਤ ਨੂੰ ਪੱਟਾਂ ਤੇ ਲਟਾ ਕੇ ਨੌਂਦਰ ਨਾਲ ਪਾੜ ਕੇ ਮਾਰ ਸੁੱਟਿਆ। ਜਿਸ ਸਮੇਂ ਆਪਣੇ ਪਿਆਰੇ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਤੇ ਹਰਨਾਕਸ਼ ਨੂੰ ਉਸਦੇ ਕੀਤੇ ਪਾਪ ਕਰਮਾਂ ਦਾ ਦੰਡ ਦੇਣ ਵਾਸਤੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ, ਤਦੋਂ ਭਗਵਾਨ ਨੇ ਹਰਨਾਕਸ਼ ਨਾਲ ਯੁੱਧ ਕਰਕੇ ਉਸ ਨੂੰ ਬ੍ਰਹਮਾ ਦੁਆਰਾ ਦਿੱਤੇ ਹੋਏ ਵਰ ਵੀ ਪੂਰੇ ਕੀਤੇ ਤੇ ਆਪਣੇ ਨੋਹਾਂ ਨਾਲ ਉਹਦਾ ਪੇਟ ਪਾੜ ਕੇ ਮਾਰਿਆ ਤੇ ਉਹਦੀਆਂ ਆਂਦਰਾਂ ਨੂੰ ਆਪਣੇ ਗਲੇ 'ਚ ਪਾ ਕੇ ਬਹੁਤ ਵਿਕਰਾਲ ਰੂਪ ਧਾਰਿਆ ਤੇ ਆਪਣੇ ਪਿਆਰੇ ਭਗਤ ਪ੍ਰਹਿਲਾਦ ਨੂੰ ਦੁਲਾਰਨ ਲੱਗੇ, ਖਿਡਾਉਣ ਲੱਗੇ, ਪਿਆਰ ਕਰਨ ਲੱਗੇ। ਫਿਰ ਪ੍ਰਹਿਲਾਦ ਨੂੰ ਨਰਸਿੰਘ ਭਗਵਾਨ ਨੇ ਕਿਹਾ ਕਿ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਜੋ ਕੁਝ ਮੰਗਣਾ ਮੰਗ ਲੈ। ਭਗਤ ਪ੍ਰਹਿਲਾਦ ਨੇ ਹੱਥ ਜੋੜ ਕੇ ਕਿਹਾ, ਹੇ ਪ੍ਰਭੂ ਜੀ, ਆਪ ਜੀ ਦੇ ਦੀਦਾਰ ਹੋ ਗਏ, ਇਸ ਤੋਂ ਵੱਧ ਹੋਰ ਕੀ ਚਾਹੀਦਾ। ਬਸ ਤੁਸੀਂ ਆਪਣੀ ਕਿਰਪਾ ਸਦਾ ਮੇਰੇ ਉੱਪਰ ਬਣਾਈ ਰੱਖਣਾ। ਨਰਸਿੰਘ ਨੇ ਫਿਰ ਜਦੋਂ ਮੰਗਣ ਲਈ ਕਿਹਾ ਤਾਂ ਸਾਹਮਣੇ ਆਪਣੇ ਪਿਤਾ ਦੀ ਲਾਸ਼ ਵੇਖ ਕੇ ਵਰ ਮੰਗ ਲਿਆ ਕਿ ਹੇ ਪ੍ਰਭੂ, ਮੇਰਾ ਪਿਤਾ ਭਾਵੇਂ ਹੰਕਾਰੀ ਸੀ, ਭਗਤਾਂ ਨੂੰ ਮਰਵਾਉਣ ਵਾਲਾ ਸੀ, ਪਰ ਇੱਕ ਸੱਚ ਇਹ ਵੀ ਹੈ ਕਿ ਇਹੀ ਮੇਰੇ ਜਨਮ ਦਾ ਪਿਤਾ ਹੈ। ਇਸ ਲਈ ਇਹਨਾਂ ਤੇ ਵੀ ਆਪ ਜੀ ਕਿਰਪਾ ਕਰੋ ਤੇ ਮੇਰੇ ਪਿਤਾ ਨੂੰ ਵੀ ਮੁਕਤੀ ਬਖਸ਼ੋ। ਇਹ ਗੱਲ ਸੁਣ ਕੇ ਭਗਵਾਨ ਜੀ ਹੱਸੇ ਤੇ ਕਿਹਾ, ਪ੍ਰਹਿਲਾਦ ਤੋਂ ਮੰਗਿਆ ਵੀ ਤੇ ਮੰਗਿਆ ਵੀ ਕੁਝ ਨਹੀਂ। ਤਾਂ ਪ੍ਰਹਿਲਾਦ ਨੇ ਕਿਹਾ, ਪ੍ਰਭੂ ਜੀ, ਮੈਂ ਤਾਂ ਆਪ ਜੀ ਦੇ ਪਾਸੋਂ ਆਪਣੇ ਪਿਤਾ ਦੀ ਮੁਕਤੀ ਮੰਗ ਲਈ ਹੈ, ਆਪ ਐਸਾ ਕਿਉਂ ਕਹਿੰਦੇ ਹੋ। ਤਦੋਂ ਭਗਵਾਨ ਨੇ ਪ੍ਰਹਿਲਾਦ ਨੂੰ ਦਿਵ ਦ੍ਰਿਸ਼ਟੀ ਬਖਸ਼ਿਸ਼ ਕੀਤੀ। ਜਦੋਂ ਪ੍ਰਹਿਲਾਦ ਨੇ ਆਪਣੀਆਂ ਕੁੱਲਾਂ ਵੱਲ ਧਿਆਨ ਮਾਰਿਆ ਤਾਂ ਇੱਕ ਪਿਤਾ ਕੀ ਉਹਦੀਆਂ 21 ਕੁੱਲਾਂ ਤਰ ਗਈਆਂ ਸਨ। ਪ੍ਰਹਿਲਾਦ ਜਾਣ ਕੇ 21 ਕੁੱਲ ਉਧਾਰੇ। ਤਦੋਂ ਭਗਵਾਨ ਨੇ ਕਿਹਾ ਕਿ ਪ੍ਰਹਿਲਾਦ, ਮੈਂ ਇਸ ਕਰਕੇ ਤੈਨੂੰ ਕਿਹਾ ਸੀ ਕਿ ਕੁਝ ਨਹੀਂ ਮੰਗਿਆ, ਕਿਉਂਕਿ ਮੈਂ ਤੇਰੇ ਮੰਗਣ ਤੋਂ ਪਹਿਲਾਂ ਹੀ ਤੇਰੀਆਂ 21 ਕੁੱਲਾਂ ਤਾਰ ਦਿੱਤੀਆਂ ਨੇ। ਨਾਮਾ ਕਹੈ ਭਗਤ ਬਸ ਕੇਸਵ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਉਹ ਕੇਸਾਧਾਰੀ ਪਰਮਾਤਮਾ ਭਗਤਾਂ ਦੀ ਭਗਤੀ ਦੇ ਅਧੀਨ ਹੈ। ਤੂੰ ਭਗਤਾਂ ਕੈ ਬਸ, ਭਗਤਾਂ ਤਾਣ ਤੇਰਾ। ਅਜਹੂ ਬਲ ਕੇ ਦੁਆਰ ਖਰੋ। ਦੇਖੋ, ਭਗਤੀ ਦੇ ਅਧੀਨ ਹੋਇਆ, ਅਜੇ ਵੀ ਰਾਜੇ ਬਲ ਦੇ ਦਰਵਾਜ਼ੇ ਅੱਗੇ ਖਲੋਤਾ ਹੋਇਆ ਹੈ। ਜਿਹੜਾ ਰਾਜਾ ਬਲ ਸੀਗਾ, ਇਹਨੇ ਬੌਣੇ ਬਣੇ ਵਿਸ਼ਨੂੰ ਨੂੰ 2.5 ਕਰਮਾਂ ਧਰਤੀ ਦਾਨ ਦੇਣ ਦੇ ਬਦਲੇ ਅੱਧਾ ਕਰਮ ਆਪਣਾ ਸਰੀਰ ਹੀ ਬਣਾ ਦਿੱਤਾ ਸੀ। ਫਿਰ ਭਗਵਾਨ ਨੂੰ ਬੇਨਤੀ ਕਰਕੇ ਉੱਥੇ ਖਿਲਾਰ ਲਿਆ। ਅੱਜ ਤੱਕ 7ਵੇਂ ਪਤਾਲ ਦੇ ਵਿੱਚ ਬਲ ਰਾਜਾ ਦਾ ਕਹਿੰਦੇ ਰਾਜ ਕਰਦਾ ਤੇ ਭਗਵਾਨ ਉਹਦੇ ਦਰਵਾਜ਼ੇ ਤੇ ਝੌਂਪੜੀ ਬਣਾ ਕੇ ਬੈਠਾ ਹੋਇਆ, ਵੇਦਾਂ ਦੀਆਂ ਸੁਰਤੀਆਂ ਪੜ੍ਹ ਕੇ ਉਹਨੂੰ ਸੁਣਾ ਰਿਹਾ। ਇਹ ਉਹ ਛਲਣ ਗਿਆ ਸੀ ਰਾਜੇ ਬਲ ਨੂੰ, ਛਲ ਆਪ ਗਿਆ, ਬਲ ਛਲ ਆਪ ਛਲਾਇਓ। ਐਸਾ ਉਹ ਭਗਵਾਨ ਹੈ, ਭਗਤਾਂ ਦੇ ਵਸ ਵਿੱਚ ਹੈ। ਇੱਥੇ ਹੀ ਸਮਾਪਤੀ ਕਰਦੀ ਹਾਂ ਜੀ। ਭੁੱਲਾ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਭਗਤ ਹੀ ਤੁਮਾਰਿਓ ਹਰਨਾਖਸ, ਨਰਸਿੰਘ ਰੂਪ ਹੋਏ ਦੇਹ ਧਰਿਓ। ਨਾਮ ਕਹੈ ਭਗਤ ਬਸ ਕੇਸਵ, ਆਜੂ ਬਲ ਕੇ ਦੁਆਰ ਖਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।